ਤੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਤੁਸੀਂ ਕਰੋ ਸ਼ੁਰੂ। ਹਾਂਜੀ ਹਾਂਜੀ, ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ। ਹਾਂਜੀ ਆਹੋ, ਆ ਜਾਵੇ ਨਾ ਚੱਲ। ਹਾਂਜੀ ਹਾਂਜੀ, ਹਾਂ, ਅੱਜ ਅਸੀਂ 1382 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਆਪਣੇ ਫਰੀਦ ਜੀ ਦੇ ਜਿਹੜੇ ਸ਼ਲੋਕ ਆਪਾਂ ਲੈ ਰਹੇ ਸੀਗੇ, ਉਹਦੇ ਚੋਂ 91ਵਾਂ ਸ਼ਲੋਕ ਲੈਣਾ ਹੈ ਆਪਾਂ ਨੇ, 91 ਔਰ 1382 ਅੰਗ ਹੈਗਾ। ਮਹਾਰਾਜ ਮਿਹਰ ਕਰਨ। ਆਪਣੇ ਸੁਖਵਿੰਦਰ ਜੀ ਤੁਸੀਂ ਆ ਜਾਓ ਜਦ ਤੱਕ, ਥੋੜ੍ਹਾ ਜਿਹਾ ਉਹ ਫਿਰ ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਹਾਂ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੂਓ, ਫਿਰ ਦੇਖਣ ਕੀ ਆਸ। ਹੁਣ ਇਹਦੇ ਵਿੱਚ ਜਿਹੜੇ ਹੈਗੇ ਫਰੀਦ ਜੀ ਕੀ ਕਹਿ ਰਹੇ ਆ, ਔਰ ਇਸ ਤੋਂ ਪਹਿਲਾ ਸ਼ਲੋਕ ਜਿਹੜਾ ਸੀਗਾ ਉਹਦੇ ਵਿੱਚ ਸੀਗਾ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ। ਅਜੇ ਸੁਰਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਇਹ ਜਿਹੜਾ ਹੈਗਾ, ਇਹ ਤਲੀਆਂ ਜਿਹੜੀਆਂ ਹੈਗੀਆਂ, ਕੌਣ ਖੁੰਡ ਰਿਹਾ ਹੈ, ਕੌਣ ਜਿਹੜਾ ਹੈਗਾ ਠੂੰਗੇ ਕੌਣ ਮਾਰ ਰਿਹਾ ਹੈ। ਇਹ ਜਿਹੜਾ ਹੈਗਾ, ਇਹ ਠੂੰਗੇ ਮਾਰਨ ਵਾਲਾ ਜਿਹੜਾ ਹੈਗੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਔਰ ਠੂੰਗੇ ਮਰਵਾਉਣ ਵਾਲਾ ਜਿਹੜਾ ਹੈਗਾ ਆਪਣਾ ਮਨ ਹੈਗਾ। ਠੂੰਗੇ ਮਰਵਾਉਣ ਵਾਲਾ ਆਪਣਾ ਮਨ ਹੈਗਾ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਮਜਾਲ, ਇਹਨਾਂ ਦੀ ਮਰਜ਼ੀ ਨਹੀਂ ਹੈਗੀ ਕਿ ਇਹ ਜਿਹੜਾ ਹੈਗਾ ਠੂੰਗੇ ਮਾਰ ਜਾਣ। ਪਰ ਆਪਾਂ ਜਿਹੜਾ ਹੈਗੇ ਮਨ ਨੂੰ ਸਵਾਦ ਚੰਗੇ ਲੱਗਦੇ ਆ, ਇਸ ਕਰਕੇ ਜਿਹੜਾ ਹੈਗਾ ਮਨ ਜਿਹੜਾ ਹੈਗਾ ਇਹਨਾਂ ਤੋਂ ਠੂੰਗੇ ਮਰਵਾਉਂਦਾ ਹੈ। ਔਰ ਠੂੰਗੇ ਕੀ ਹੁੰਦੇ ਆ? ਇਹ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ, ਇਹ ਥੋੜ੍ਹਾ ਜਿਹਾ ਸਵਾਦ ਦੇ ਕੇ ਔਰ ਆਪਣਾ ਜਿਹੜਾ ਹੈਗਾ ਸਵਾਸ ਲੈ ਜਾਂਦੇ ਆ, ਆਪਣਾ ਤਨ ਲੈ ਜਾਂਦੇ ਆ, ਔਰ ਆਪਣੇ ਸਵਾਸ ਆਪਣੀ ਉਮਰ ਜਿਹੜੀ ਹੈਗੀ ਲੈ ਜਾਂਦੇ ਆ, ਸਵਾਦ ਦੇ ਕੇ ਲੈ ਜਾਂਦੇ ਆ। ਔਰ ਇਹਨਾਂ ਨੂੰ ਜਿਹੜਾ ਹੈਗਾ ਜ਼ਿੰਮੇਵਾਰ ਆਪਾਂ ਹੈਗੇ ਆ, ਕਿਉਂਕਿ ਆਪਾਂ ਜਿਹੜੇ ਹੈਗੇ ਇਹਨਾਂ ਨੂੰ ਕਹਿੰਦੇ ਆ ਭਾਈ, ਕਿਉਂਕਿ ਸਵਾਦ ਹੈਗਾ ਇਹਨਾਂ ਦੇ ਕੋਲ, ਸਵਾਦ ਦੇ ਬਦਲੇ ਦੇ ਵਿੱਚ ਲੈ ਕੇ ਜਾਂਦੇ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ। ਅਜੇ ਸੁਰਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਹਾਲੇ ਤੱਕ ਇਹ ਸਵਾਦਾਂ ਦੇ ਵਿੱਚ ਹੀ ਹੈਗਾ, ਔਰ ਉਮਰ ਖਤਮ ਹੋ ਰਹੀ ਆ। ਇਹ ਮਾਸ ਜਿਹੜਾ ਹੈਗਾ ਇਹ ਤਾਂ ਖਤਮ ਹੋ ਰਿਹਾ ਹੈ, ਸਾਰਾ ਜਿਹੜਾ ਸਰੀਰ। ਔਰ ਹਾਲੇ ਵੀ ਇਹਨੂੰ ਜਿਹੜਾ ਹੈਗਾ ਰੱਬ ਨੇ ਕੀ ਬਣਨਾ ਹੈ? ਰੱਬ ਤਾਂ ਤਿਆਰ ਬੈਠਾ ਹੈ। ਰੱਬ ਤਾਂ ਕਹਿੰਦਾ ਤੂੰ ਮੇਰੇ ਵੱਲ ਦੇਖ ਤਾਂ ਸਹੀ, ਮੇਰੇ ਵੱਲ ਪੁਕਾਰ ਤਾਂ ਕਰ। ਮੈਂ ਇਸੇ ਵਾਸਤੇ ਤਾਂ ਤੈਨੂੰ ਭੇਜਿਆ ਸੀ ਮਨੁੱਖੀ ਜੂਨ ਦੇ ਕੇ ਦੁਨੀਆ ਦੇ ਵਿੱਚ। ਕਹਿੰਦੇ ਕੈਸੇ ਹੈ ਇਨਸਾਨ ਦੇ ਭਾਗ। ਕਹਿੰਦੇ ਕਿਹੇ ਜਿਹੇ ਭਾਗ ਲੈ ਕੇ ਆਇਆ ਹੋਇਆ ਹੈ ਇਹ ਜਿਹੜਾ ਹੈਗਾ। ਐਸਾ ਕੱਚ ਨੂੰ ਜਿਹੜਾ ਹੈਗਾ ਵਿਹਾਜ ਰਿਹਾ ਆ, ਐਸਾ ਫੋਕ ਜਿਹੜਾ ਹੈ, ਗੰਡੇਰੀ ਜਿਹੜੀ ਹੈਗੀ, ਜਿਵੇਂ ਕੋਈ ਚੂਸੀ ਹੋਈ ਗੰਡੇਰੀ ਜਿਹੜੀ ਹੈਗੀ ਚੂਸ ਕੇ ਸੁੱਟ ਦਿੰਦਾ, ਉਹ ਗਰੀਬ ਬੱਚੇ ਜਿਹੜੇ ਹੈਗੇ ਉਹਨੂੰ ਚੁੱਕ ਕੇ ਮੂੰਹ 'ਚ ਪਾ ਲੈਂਦੇ। ਕਹਿੰਦਾ ਐਸਾ ਇਨਸਾਨ ਹੈਗਾ। ਅਜੇ ਸੁਰਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਇਸ ਤੋਂ ਅੱਗੇ ਹੁਣ ਫਿਰ ਫਰੀਦ ਜੀ ਕਹਿੰਦੇ ਆ, ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਕਾਗਾ ਹੁਣ ਤਾਂ ਸਿੱਧਾ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਕਹਿ ਰਹੇ, ਹੁਣ ਸਿੱਧਾ ਮਨ ਨੂੰ ਕਹਿ ਰਹੇ ਆ ਕਿ ਹੇ ਮੇਰੇ ਮਨਾ, ਤੂੰ ਸਾਰੀ ਉਮਰ ਗੁਜ਼ਾਰ ਦਿੱਤੀ ਭੋਗਾਂ ਦੇ ਵਿੱਚ, ਸਾਰੀ ਉਮਰ ਗੁਜ਼ਾਰ ਦਿੱਤੀ, ਥੋੜ੍ਹਾ ਜਿਹਾ ਸਮਾਂ ਰਹਿ ਗਿਆ ਆ
ਅਤੇ ਘੱਟ ਤੋਂ ਘੱਟ ਮੈਨੂੰ ਇਹ ਤਾਂ ਸਮਾਂ ਜਿਹੜਾ ਹੈਗਾ ਦੇ ਦੇ। ਇਹ ਸਮਾਂ ਤਾਂ ਮੈਂ ਜਿਹੜਾ ਹੈਗਾ ਆਪਣੇ ਮਾਲਕ ਦੇ ਵੱਲ ਲਗਾ ਦਾਂ। ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਮੈਨੂੰ ਘੱਟ ਤੋਂ ਘੱਟ ਹੁਣ ਤਾਂ ਮੇਰੇ ਮਾਲਕ ਪਰਮਾਤਮਾ ਨੂੰ, ਮੇਰੇ ਪਤੀ ਨੂੰ, ਪਿਆਰੇ ਨੂੰ ਦੇਖਣ ਦੀ ਮੈਨੂੰ ਉਮੀਦ ਹੈਗੀ ਆ। ਘੱਟ ਤੋਂ ਘੱਟ ਇੰਨਾ ਕੁ ਸਮਾਂ ਤਾਂ ਦੇ ਦਿਓ ਮੈਨੂੰ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਕਾਂ ਰੂਪੀ ਜਿਹੜਾ ਇਹ ਮਨ ਹੈ ਹਨਾ, ਹਾਂ, ਇਹ ਐਸਾ ਉਲਝਿਆ ਫਿਰਦਾ ਹੈ ਗੰਦ ਮਨ ਤੇ ਸਭ ਕੁਝ ਕਹਿੰਦਾ ਤੂੰ ਫਰੀਦ ਸਾਹਿਬ ਕਹਿੰਦੇ ਸਭ ਕੁਝ ਤੂੰ ਕਰਕੇ ਦੇਖ ਲਿਆ, ਤੈਨੂੰ ਲੱਭਿਆ ਕੁਛ ਉਹਦੇ ਚੋਂ ਨਾ? ਸਾਰਾ ਤੂੰ ਸਭ ਮਾਸ ਖਾ ਲਿਆ ਪਿੰਜਰ ਦੇ ਵਿੱਚ, ਤੂੰ ਕੁਛ ਛੱਡਿਆ ਹੀ ਨਹੀਂ, ਐਸਾ ਪੋਲ ਮਾਰਿਆ ਉਹਨੂੰ ਤੂੰ ਸਾਰੇ ਨੂੰ। ਤੇ ਘੱਟੋ ਘੱਟ ਕਹਿੰਦੇ ਹੁਣ ਤੂੰ ਉਹ ਕਬੀਰ ਸਾਹਿਬ ਕਹਿੰਦੇ ਇਹ ਮਨਾ ਤੂੰ ਮੇਰੀਆਂ ਹੁਣ ਇਹਨਾਂ ਅੱਖਾਂ ਨੂੰ ਤਾਂ ਬਖਸ਼ ਦੇ ਜਿਨ੍ਹਾਂ ਨੇ ਫਿਰ ਦੇਖਣ ਦੀ ਆਸ ਹੈ ਇਹਨਾਂ ਦੇ ਥਰੂ, ਕਿਉਂਕਿ ਅੱਖਾਂ ਨੇ ਜੋ ਬਾਹਰ ਮੁਖੀ ਪਦਾਰਥ ਸਰਗੁਣ ਸਰੂਪ ਦੇਖਣ ਵਾਸਤੇ ਤਾਂ ਬਾਹਰ ਨੂੰ ਦਿਸਦੀ ਹੈ, ਜਦੋਂ ਬੰਦ ਕਰੋ ਤੇ ਉਹ ਅੰਦਰ ਨੂੰ ਅੰਤਰਮੁਖੀ ਹੋ ਜਾਂਦੀ ਹੈ। ਘੱਟੋ ਘੱਟ ਇਹਨਾਂ ਨੂੰ ਤਾਂ ਬਖਸ਼ ਦੇ ਹੁਣ ਤੂੰ ਮੈਨੂੰ, ਤਾਂ ਕਿ ਮੈਂ ਆਪਣੀ ਇਹ ਯਾਤਰਾ ਜਿਹੜੀ ਮੇਰੀ ਅਧੂਰੀ ਰਹਿ ਗਈ ਹੈ, ਮੈਂ ਹੁਣ ਇਹਨੂੰ ਇਹ ਤਾਂ ਇੱਕ ਐਸਾ ਅਨਮੋਲ ਰਤਨ ਹੈ ਮੇਰੇ ਕੋਲ ਜਿਹਦੇ ਚ ਮੈਂ ਧਿਆਨ ਲਾ ਕੇ ਉਸ ਅੱਖਾਂ ਦੇ ਅੰਦਰ ਤੇ ਮੈਂ ਅੰਦਰ ਦੀ ਯਾਤਰਾ ਕਰਨੀ ਹੈ। ਨਹੀਂ, ਇਹ ਅੱਖਾਂ ਦੀ ਗੱਲ ਨਹੀਂ ਹੈ ਸੁਖਵਿੰਦਰ ਜੀ, ਖਾਲੀ ਇਹ ਜਿਹੜਾ ਹੈਗਾ ਮਨ ਨੂੰ ਕਹਿ ਰਿਹਾ ਕਿ ਮੈਨੂੰ ਹੁਣ ਸਮਾਂ ਦੇ, ਮੈਂ ਜਿਹੜਾ ਹਾਂ ਹਾਂਜੀ ਮਤਲਬ ਮਨ ਦੀਆਂ ਅੱਖਾਂ ਦੀ ਗੱਲ ਕਰ ਰਿਹਾ ਮੈਂ। ਬਿਲਕੁਲ, ਹਾਂ, ਤੂੰ ਮੈਨੂੰ ਉਸ ਪਾਸੇ ਜਾਣ ਤਾਂ ਦੇ ਨਾ। ਹਾਂ, ਜਿਹੜੇ ਉਹ ਅੰਦਰ ਨੂੰ ਜਿਹੜੀ ਅੰਤਰਮੁਖੀ ਜਿਹੜਾ ਮੇਰਾ ਉਹ ਅੰਤਰਮੁਖੀ ਅੱਖਾਂ ਬਿਨ ਕੰਨਾਂ ਸੁਣਨਾ, ਅੱਖੀਂ ਬਾਝੋਂ ਵੇਖਣਾ, ਉਹ ਸਾਰੀ ਖੇਡ ਹੈ ਉਹਦੇ ਅੰਦਰ। ਬਿਲਕੁਲ ਤੂੰ ਮੈਨੂੰ ਵੀ ਤੂੰ ਮੈਨੂੰ ਮਨ ਨੂੰ ਇਹ ਕਹਿ ਰਹੇ ਨੇ ਵੀ ਤੂੰ ਮੈਨੂੰ ਹੁਣ ਘੱਟੋ ਘੱਟ ਮੈਨੂੰ ਤੂੰ ਉਹ ਯਾਤਰਾ ਤੇ ਚੱਲਣ ਤਾਂ ਦੇ। ਹੁਣ ਤੈਨੂੰ ਕੁਝ ਲੱਭਿਆ ਤਾਂ ਹੈ ਨਹੀਂ। ਤੇ ਵੀ ਉਹ ਘੱਟੋ ਘੱਟ ਭਾਗ ਹੀ ਬਣਾ ਲਾ ਮੈਂ, ਘੱਟੋ ਘੱਟ ਮੇਰੀ ਮਤਲਬ ਅੱਗੇ ਯਾਤਰਾ ਸ਼ੁਰੂ ਹੋ ਜੇ। ਉਹ ਮਾਲਕ ਦੇ ਦਰਸ਼ਨ ਕਰਨੇ ਆ ਮੈਂ ਇਹਦੇ ਥਰੂ, ਇਹ ਮਨ ਨੂੰ ਕਹਿ ਰਹੇ ਨੇ ਉਹ। ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਆ। ਕਾਗਾ ਚੂੰਡ ਨਾ ਪਿੰਜਰਾ ਬਸੇ ਤਾਂ ਉਡਰ ਜਾਏ, ਜਿਤ ਪਿੰਜਰਾ ਮੇਰਾ ਸ਼ੌ ਵਸੈ ਮਾਸ ਨਾ ਤਿੱਦੂ ਖਾਏ। ਹੇ ਮੇਰੇ ਮਨਾ, ਤੂੰ ਕਾਹਦੇ ਵਾਸਤੇ ਜਿਹੜਾ ਹੈਗਾ ਇਹ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਕਿਉਂ ਜਿਹੜਾ ਹੈਗਾ ਇਹ ਸਰੀਰ, ਮਨੁੱਖੀ ਸਰੀਰ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਾਹਦੇ ਵਾਸਤੇ ਉਡਾ ਰਿਹਾ ਹੈ ਸਰੀਰ ਨੂੰ? ਛੱਡ ਦੇ ਹੁਣ ਛੱਡ ਦੇ ਇਹ ਸਵਾਦਾਂ ਦੇ ਉੱਤੇ ਨਾ ਡਿੱਗ। ਹੁਣ ਤੇਰੇ ਸੰਸਕਾਰ ਜਿਹੜੇ ਬਣੇ ਹੋਏ ਛੱਡ ਦੇ। ਹੁਣ ਇਸ ਪਿੰਜਰੇ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ ਸਰੀਰ ਦੇ ਵਿੱਚ, ਇਸ ਪਿੰਜਰੇ 'ਚ ਇਹਨੂੰ ਉੱਧਰ ਨੂੰ, ਉਸ ਪਾਸੇ ਨੂੰ ਜਿਹੜਾ ਹੈਗਾ, ਉਸ ਪਾਸੇ ਨੂੰ ਮਾਲਕ ਵੱਲ ਨੂੰ ਜਿਹੜਾ ਹੈਗਾ, ਇਹ ਮਾਲਕ ਵੱਲ ਨੂੰ ਚੱਲ। ਇਹਦਾ ਮਾਸ ਜਿਹੜਾ ਹੈਗਾ ਇਹਦੇ ਵਿੱਚੋਂ ਨਾ ਜਿਹੜੀ ਮੇਰੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ, ਨਾ ਜਿਹੜੀ ਹੈਗੀ ਆ ਉਸ ਪਾਸੇ ਜਿਹੜਾ ਹੈਗਾ 9 ਦਰਵਾਜ਼ਿਆਂ ਤੋਂ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹਨੂੰ ਜਾਇਆ ਕਰ। ਹਾਂਜੀ ਸੁਖਵਿੰਦਰ ਜੀ। ਦੇਖੋ ਉਹ ਇਹ ਪਿੰਜਰ ਦੀ ਗੱਲ ਕਰਦੇ, ਕਹਿੰਦੇ ਉਹ ਪ੍ਰਭ ਹਰਮੰਦਰ ਸੋਹਣਾ ਜਿਸਮੇ ਮਾਨਕ ਲਾਲ, ਉਹ ਇਹਦੇ ਅੰਦਰ ਹੀ ਹੈ। ਉਹ ਇਸ ਮਾਲਕ ਨੇ ਇਹ ਮੇਰਾ ਪਿੰਜਰਾ ਜਿਹੜਾ ਦਿੱਤਾ ਹੈ, ਇਹਦੇ ਅੰਦਰ ਤਾਂ ਮੇਰਾ ਮਾਲਕ ਬੈਠਾ, ਇੱਥੇ ਤਾਂ ਮੇਰਾ ਸ਼ੌਹ ਵਸ ਰਿਹਾ। ਤੇ ਤੂੰ ਇਹ ਪਿੰਜਰੇ ਤੋਂ ਜੇ ਤੂੰ ਚੂੰਡਣ ਤੋਂ ਨਹੀਂ ਬਾਜ ਆਉਂਦਾ, ਤੂੰ ਨਿਕਲ ਜਾ। ਹੁਣ ਤੂੰ ਕਿਉਂ ਮੇਰੇ ਨਾਲ ਮਤਲਬ ਮੈਨੂੰ ਉਲਝਾਇਆ ਇਹਨਾਂ ਰਸਾਂ ਕਸਾਂ? ਤੂੰ ਜਾ, ਹੁਣ ਤੂੰ ਮੇਰਾ ਖਹਿੜਾ ਛੱਡ। ਮਨ ਨੂੰ ਕਹਿੰਦੇ ਵੀ ਤੂੰ ਪਾਸੇ ਹੋ, ਤੇ ਤਾਂ ਹੀ ਤਾਂ ਮੈਂ ਉਹਦੇ ਸ਼ੌਹ ਦੇ ਦਰਸ਼ਨ ਕਰ ਪਾਊਂਗਾ। ਇਹ ਮਨ ਦੇ ਵਿੱਚੋਂ ਦੀ ਜਾਣਾ ਹੈ। ਮਨ ਦੇ ਅੰਦਰੋਂ ਰਸਤਾ। ਉਹ ਕਹਿੰਦੇ ਮੈਨੂੰ ਰਸਤਾ ਦੇ, ਉਹ ਕਹਿੰਦੇ ਮੈਨੂੰ ਰਸਤਾ ਦੇ। ਤੂੰ ਕਿਤੇ ਨੂੰ ਕੁਛ ਮਿਲਿਆ? ਸਾਰਾ ਕੁਛ ਤੂੰ ਸਾਰੇ ਸਵਾਦ ਭੋਗ ਕੇ ਦੇਖ ਲਏ, ਤੂੰ ਸਾਰਾ ਕੁਛ ਕਰਕੇ ਦੇਖ ਲਿਆ, ਤੂੰ ਹੁਣ ਤਾਂ ਮੇਰੇ ਤੇ ਤਰਸ ਖਾ। ਤੂੰ ਛੱਡ ਹੁਣ, ਮੈਨੂੰ ਰਸਤਾ ਦੇ। ਉਹ ਮੇਰੇ ਇਸ ਪਿੰਜਰੇ ਦੇ ਅੰਦਰ ਮੇਰਾ ਸ਼ੌਹ ਫਸ ਰਿਹਾ। ਬਿਲਕੁਲ। ਔਰ ਦੇਖੋ ਜਦ ਤੱਕ ਦੇਖੋ ਯਾਤਰਾ ਹੈ ਹੀ ਸਵਾਦਾਂ ਦੀ, ਆਪਾਂ ਨੂੰ ਜੇ ਸਵਾਦ ਹੀ ਤਾਂ ਹੈਗੇ, ਜਿਹੜੀ ਆਪੋਜ਼ਿਟ ਟੀਮ ਕੀ ਹੈਗੀ? ਆਪੋਜ਼ਿਟ ਟੀਮ ਸਿਰਫ ਸਵਾਦ ਹੈਗੇ ਭਾਈ। ਆਹ ਗੱਲ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਆਪਾਂ ਸਮਝ ਲਈਏ ਕਿ ਆਪੋਜ਼ਿਟ ਟੀਮ ਸਵਾਦ ਹੈਗੇ। ਜਦ ਤੱਕ ਆਪਾਂ ਦੁਨੀਆ ਦੇ ਸਵਾਦ ਜਿਹੜੇ ਹੈਗੇ ਆਪਾਂ ਉਹਨਾਂ ਨੂੰ ਭੋਗ ਦੇ ਵਾਸਤੇ, ਉਹਨਾਂ ਨੂੰ ਇੰਟਰਟੇਨ ਵਾਸਤੇ, ਉਹਨਾਂ ਨੂੰ ਖੁਸ਼ੀ ਦੇ ਵਾਸਤੇ, ਸਵਾਦ ਦੇ ਵਾਸਤੇ ਜਿਹੜਾ ਹੈਗਾ ਜਦ ਆਪਾਂ ਲੈਂਦੇ ਹਾਂ, ਤਦ ਤੱਕ ਜਿਹੜੇ ਹੈਗੇ ਆਪਾਂ ਫਸੇ ਹੋਏ ਹਾਂ। ਜਦ ਉਹਨਾਂ ਨੂੰ ਆਪਾਂ ਜਿਹੜੇ ਸਿਰਫ ਜਿਹੜੇ ਹੈਗੇ ਇਹ ਸਰੀਰ ਜਿਹੜਾ ਹੈਗਾ ਇਹਦੇ
ਸਵਾਸਥ ਵਾਸਤੇ, ਸਰੀਰ ਨੂੰ ਚਲਾਉਣ ਵਾਸਤੇ ਜਿਹੜਾ ਹੈਗਾ, ਇਹ ਯਾਤਰਾ ਦੇ ਵਾਸਤੇ ਜਿਹੜਾ ਹੈ, ਘੋੜੇ ਦੇ ਵਾਸਤੇ ਯੂਜ਼ ਕਰਦੇ ਆ, ਤੇ ਆਪਾਂ ਜਿਹੜੇ ਹੈਗੇ ਨਹੀਂ ਫਸਦੇ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਜਦੋਂ ਤੁਸੀਂ ਮਤਲਬ ਅਸੀਂ ਜੇ ਅਸੀਂ ਇਹਨਾਂ ਸਵਾਦਾਂ 'ਚ ਪੈ ਰਹੇ ਫਿਰ ਤਾਂ ਕੁਝ ਨਹੀਂ ਲੱਭਣਾ ਨਾ। ਤੇ ਉਹ ਇਸ ਕਰਕੇ ਉਹ ਵਾਰ-ਵਾਰ ਤਕੀਦ ਸਾਡੇ ਮਨ ਨੂੰ ਕਹਿ ਰਿਹਾ ਤੂੰ ਹੁਣ ਬਸ ਕਰ, ਚੁੱਪ ਕਰ। ਉਹਨੂੰ ਚੁੱਪ ਕਰਾਉਣ ਦੀ ਗੱਲ ਕਰ ਰਹੇ ਨੇ। ਹਾਲਾਂਕਿ ਉਹ ਕੋਈ ਜ਼ਬਰਦਸਤੀ ਨਹੀਂ ਕਰ ਰਹੇ, ਉਹ ਪਿਆਰ ਨਾਲ ਉਹਨੂੰ ਸਮਝਾ ਰਹੇ ਨੇ ਵੀ ਤੈਨੂੰ ਕੁਝ ਮਿਲਿਆ। ਉਹ ਨਾਲ ਐਗਜ਼ਾਮਪਲ ਦੇ ਰਹੇ ਨੇ। ਬਿਲਕੁਲ। ਜੇ ਵੀ ਉਹ ਜੇ ਤੇਰਾ ਦੂਜਾ ਪੱਖ ਦਿਖਾ ਰਹੇ ਨੇ ਤੈਨੂੰ ਵੀ ਤੇਰੇ ਜਿਹੜੇ ਪਿੱਛੇ ਕਾਮ, ਕ੍ਰੋਧ, ਲੋਭ, ਹੰਕਾਰ ਲੱਗੇ ਇਹਨਾਂ ਨੇ ਤੇਰਾ ਕੁਝ ਸਵਾਰਿਆ ਤਾਂ ਹੈ ਨਹੀਂ। ਤੇ ਤੂੰ ਜਾਂ ਤਾਂ ਤੈਨੂੰ ਦੱਸ ਵੀ ਕੁਝ ਮਿਲਿਆ ਇਹਦੇ 'ਚ, ਸੁੱਖ ਤਾਂ ਮਿਲਿਆ ਨਹੀਂ। ਬਿਲਕੁਲ। ਤੇ ਹੁਣ ਤੂੰ ਇਸ ਕਰਕੇ ਮੈਨੂੰ ਰਸਤਾ ਦੇ ਦੇ। ਮੈਂ ਉਹ ਮੇਰਾ ਇਹ ਜਿਹੜਾ ਪਿੰਜਰਾ, ਇਹ ਜਿਹੜਾ ਘਰ ਹੈ, ਇਹ ਉਸ ਮਾਲਕ ਦਾ ਹੈ, ਉੱਥੇ ਦਰ ਹੈ, ਉੱਥੇ ਇਹਦੇ ਅੰਦਰ ਮੈਨੂੰ ਉਹ ਦੇ ਦਰਵਾਜ਼ਾ, ਰਸਤਾ ਦਿਖਾ। ਬਿਲਕੁਲ। ਇਹ ਹਾਂਜੀ ਵੀਰ ਜੀ, ਆਪਣਾ ਤਾਂ ਮਨ ਏਦਾਂ ਹੋਇਆ ਪਿਆ ਜਿਸ ਤਰ੍ਹਾਂ ਨਾ ਉਹ ਨਦੀ ਦੇ ਕਿਨਾਰੇ ਕੋਈ ਦਰਖਤ ਖੜਾ ਹੁੰਦਾ, ਉਹਨੂੰ ਪੂਰੀ ਆਸ ਹੁੰਦੀ ਹੈ ਵੀ ਪਤਾ ਨਹੀਂ ਮੈਂ ਬਹੁਤ ਲੌਂਗ ਟਾਈਮ ਇੱਥੇ ਖੜਨਾ, ਪਰ ਨਹੀਂ, ਉਹਦੀ ਮਿਆਦ ਥੋੜੀ ਹੁੰਦੀ ਆ। ਉਹੀ ਆਪਣੇ ਮਨ ਦੀ ਅਵਸਥਾ। ਬਸ ਅਸੀਂ ਸੋਚ ਰਹੇ ਹਾਂ ਵੀ ਪਤਾ ਨਹੀਂ ਜਾਣਾ ਹੀ ਨਹੀਂ, ਮਨ ਨੂੰ ਤਾਂ ਐਂ ਹੋਇਆ ਵੀ ਅਸੀਂ ਰਸ ਲਈਏ ਇੱਥੋਂ, ਤੇ ਦੁਨੀਆ ਦੇ ਨਾਲ ਪ੍ਰੇਮ ਆ, ਸਾਰਾ ਕੁਛ ਨਹੀਂ ਛੱਡ ਸਕਦੇ ਹੈਗੇ। ਉਹ ਇੱਕ ਦਰਖਤ ਦੀ ਤਰ੍ਹਾਂ ਹੋਇਆ ਆਪਣਾ ਕੰਮ ਵੀ। ਜਿਸ ਤਰ੍ਹਾਂ ਕਿ ਨਦੀ ਦੇ ਕਿਨਾਰੇ ਕੋਈ ਰੁੱਖ ਖੜਾ ਦਰਿਆ ਦੇ ਕੰਢੇ ਵੀ, ਉਹਨੂੰ ਪਤਾ ਹੀ ਨਹੀਂ ਵੀ ਮੈਂ ਰੁੜ ਜਾਣਾ ਵਿੱਚ। ਬਿਲਕੁਲ ਬਿਲਕੁਲ, ਇਹੀ ਤਾਂ ਗੱਲ ਹੈਗੀ ਨਾ। ਆਪਾਂ ਨੂੰ ਮੌਤ ਚੇਤੇ ਨਹੀਂ ਹੈ ਨਾ, ਆਪਾਂ ਨੂੰ ਪਤਾ ਨਹੀਂ ਹੈ ਕਿ ਆਪਾਂ ਨੇ ਮਰ ਜਾਣਾ ਹੈ। ਗੱਲ ਤਾਂ ਇਹੀ ਹੈਗੀ ਆ। ਅੱਗੇ ਹੁਣ ਜਿਹੜੇ ਹੈਗੇ ਫਰੀਦ ਜੀ ਇਹੀ ਗੱਲ ਤਾਂ ਕਹਿ ਰਹੇ ਆ, ਫਰੀਦਾ ਗੌਰ ਨਿਮਾਣੀ ਛੱਡ ਕਰੇ ਨੀ ਘਰਿਆ ਘਰ ਆਓ। ਕਹਿੰਦੇ ਤੂੰ ਕੱਖ ਨਹੀਂ ਕੀਤਾ, ਆ ਜਾ ਹੁਣ, ਤੂੰ ਬਸ ਮੌਤ ਆ ਗਈ। ਕਹਿੰਦੀ ਆ ਜਾ ਹੁਣ, ਤੇਰਾ ਕੰਮ, ਤੇਰਾ ਡੈਸਟੀਨੇਸ਼ਨ ਇਹੀ ਹੈਗਾ, ਇੱਥੇ ਹੀ ਹੈਗਾ ਤੇਰਾ ਡੈਸਟੀਨੇਸ਼ਨ, ਮੇਰੇ ਕੋਲ ਹੀ ਆਉਣਾ ਹੈ ਤੂੰ। ਸਰ ਪਰ ਮੈਂ ਇੱਥੇ ਆਵਣਾ, ਮਰਨੋਂ ਨਾ ਡਰੀ ਆਓ। ਕਹਿੰਦੇ ਤੂੰ ਮੇਰੇ ਕੋਲ ਹੀ ਆਉਣਾ ਹੈ, ਤੇਰਾ ਸਰੀਰ ਐਂਡ ਹੋਣਾ ਹੀ ਹੋਣਾ ਹੈ। ਇਹ ਪਰਮਾਨੈਂਟ ਨਹੀਂ ਹੈ, ਹਮੇਸ਼ਾ ਵਾਸਤੇ ਤੈਨੂੰ ਸਰੀਰ ਨਹੀਂ ਮਿਲਿਆ ਹੋਇਆ। ਸਰ ਪਰ ਦਾ ਮਤਲਬ ਹੁੰਦਾ ਹੈ ਮਸਟ, ਬਿਲਕੁਲ ਜ਼ਰੂਰੀ, ਅਵਸ਼। ਕਹਿੰਦੇ ਤੂੰ ਮੇਰੇ ਕੋਲ ਹੀ ਆਉਣਾ ਹੈ, ਤੂੰ ਕੁਛ ਨਹੀਂ ਕੀਤਾ ਸਰੀਰ ਦੇ ਵਿੱਚ। ਇਹ ਸਰੀਰ ਤੈਨੂੰ ਮਿਲਿਆ ਸੀਗਾ, ਤੂੰ ਬਸ ਆਹ ਜਿਹੜੀਆਂ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਨਾਂ ਨੂੰ ਹੀ ਭੋਗਦਾ। ਤੇਰੇ ਹੱਥ 'ਚ ਹਾਲੇ ਵੀ ਜਿਹੜਾ ਹੈਗਾ ਉਹ ਪਦਾਰਥ ਜਿਹੜੇ ਹੈਗੇ ਉਸੇ ਦੇ ਉਹੀ ਫੜੇ ਹੋਏ ਆ ਤੂੰ, ਤੇ ਤੇਰਾ ਡੈਸਟੀਨੇਸ਼ਨ ਮੈਂ ਹੀ ਹੈਗੀ ਆ। ਆ ਜਾ, ਮੇਰੇ ਕੋਲ ਹੀ ਆਉਣਾ ਹੈ ਤੂੰ। ਹਾਂ ਗੋਰਖੀ ਸਾਹਿਬ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਿੱਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ। ਚਲੋ ਮੈਂ ਨਾ ਵਿਹਲੇ ਹੀ ਸੀ, ਉਹ ਜਦੋਂ ਅਸੀਂ ਉੱਠਣ ਲੱਗੇ ਉਧਰੋਂ ਕੰਮ ਆ ਗਿਆ। ਨਹੀਂ ਕੋਈ ਗੱਲ ਨਹੀਂ। ਇਹਦੇ ਵਿੱਚ ਜਿਹੜਾ ਸ਼ੁਰੂ ਕਰੋ ਜੀ। ਹਾਂਜੀ। ਫਰੀਦ ਜੀ ਜਿਹੜੇ ਹੈਗੇ, ਆਪਾਂ ਨੂੰ ਜਿਹੜੇ ਹੈਗੇ 2 ਸ਼ਲੋਕ ਅਸੀਂ ਲਏ ਆ। ਉਹਦੇ ਵਿੱਚ ਫਰੀਦ ਜੀ ਦੱਸ ਰਹੇ ਆ ਕਿ ਤੂੰ ਜਿਹੜਾ ਹੈ ਹੁਣ ਤਾਂ ਸਵਾਦ ਛੱਡ ਦੇ, ਆ ਫੁੱਲੀਆਂ ਜਿਹੜੀਆਂ ਫੜੀਆਂ ਹੋਈਆਂ ਹੁਣ ਤਾਂ ਡ੍ਰੌਪ ਕਰ ਦੇ। ਤੇਰਾ ਜਿਹੜਾ ਹੈਗਾ ਕਿੰਨਾ ਹੋ ਗਿਆ, ਮੈਨੂੰ ਘੱਟ ਤੋਂ ਘੱਟ ਹੁਣ ਆਖਰੀ ਸਮਾਂ ਹੈਗਾ ਮੇਰਾ, ਹੁਣ ਤਾਂ ਮੈਨੂੰ ਮੇਰੇ ਮਾਲਕ ਪਰਮਾਤਮਾ ਦੇ ਵੱਲ ਨੂੰ ਜਿਹੜਾ ਹੈਗਾ ਮੈਨੂੰ ਗਤੀ ਕਰ ਲੈਣ ਦੇ। ਇਹ ਪ੍ਰਾਣ ਸ਼ਕਤੀ ਮੈਨੂੰ ਉੱਧਰ ਨੂੰ ਲਾ ਲੈਣ ਦੇ। ਕਾਗਾ ਚੂੰਡ ਨਾ ਪਿੰਜਰਾ ਬਸੇ ਤਾਂ ਉੱਡਰ ਜਾਏ, ਜਿਤ ਪਿੰਜਰੇ ਮੇਰਾ ਸ਼ੌ ਵਸੇ, ਮਾਸ ਨਾ ਤਿਦੋਂ ਖਾਏ। ਇਹ ਸਰੀਰ ਦੇ ਵਿੱਚ, ਇਹਦੇ ਵਿੱਚ ਤਾਂ ਮੇਰੀ ਆਤਮਾ ਇਹਦੇ ਅੰਦਰ ਹੈਗੀ ਆ। ਮੈਂ ਤਾਂ ਉੱਥੇ ਤੱਕ ਪਹੁੰਚਣਾ ਆ। ਉਹ ਮੇਰਾ ਪਤੀ, ਮੇਰਾ ਮਾਲਕ ਵਸ ਰਿਹਾ ਇਹਦੇ ਵਿੱਚ। ਕਾਹਦੇ ਵਾਸਤੇ ਤੂੰ ਜਿਹੜਾ ਹੈਗਾ ਇਹਦਾ ਮਾਸ ਜਿਹੜਾ ਹੈਗਾ, ਇਹ ਸਰੀਰ ਮੇਰਾ ਜਿਹੜਾ ਹੈਗਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਾਇਆ ਕਰ ਰਿਹਾ ਆ। ਇਹ ਮੇਰੇ ਮਨਾ। ਹੁਣ ਇਸ ਤੋਂ ਅੱਗੇ ਕਹਿੰਦੇ ਆ, ਫਰੀਦਾ ਗੌਰ ਨਿਮਾਣੀ ਛੱਡ ਕਰੇ। ਛੱਡ ਦਾ ਮਤਲਬ ਹੁੰਦਾ ਹੈ ਸੱਦਦੀ ਆ, ਕਬਰ, ਮੌਤ। ਫਰੀਦਾ ਗੌਰ ਨਿਮਾਣੀ ਛੱਡ ਕਰੇ ਨੀ ਘਰਿਆ ਘਰ ਆਓ। ਕਹਿੰਦੇ ਤੂੰ ਨਹੀਂ ਘਰ ਲੱਭਿਆ ਆਪਣਾ, ਤੂੰ ਨਿਘਰਾ ਹੀ ਰਹਿ ਗਿਆ, ਬਗੈਰ ਘਰ ਦੇ ਹੀ ਰਹਿ ਗਿਆ, ਤੂੰ ਨਹੀਂ ਆਤਮਾ ਤੱਕ ਜਾ ਸਕਿਆ। ਆ ਜਾ ਹੁਣ, ਤੇਰਾ ਐਂਡ ਆਹੀ ਹੈ, ਮੈਂ ਹੀ ਹਾਂ ਤੇਰਾ ਐਂਡ, ਮੇਰੇ ਕੋਲ ਹੀ ਆਉਣਾ ਹੈ ਤੂੰ। ਫਰੀਦਾ ਗੌਰ ਨਿਮਾਣੀ ਛੱਡ ਕਰੇ ਨੀ ਘਰਿਆ ਘਰ ਆਓ। ਸਰ ਪਰ ਮੈਂ ਥੈ ਆਵਣਾ, ਮਰਨੋਂ ਨਾ ਡਰਿਆਓ। ਕਹਿੰਦੇ ਤੇਰੇ ਕੋਲ ਆਪਸ਼ਨ ਹੀ ਨਹੀਂ ਹੈ ਕੋਈ ਵੀ, ਤੂੰ ਆਉਣਾ ਹੀ ਮੇਰੇ ਕੋਲ ਹੈਗਾ, ਤੂੰ ਜਾਣਾ ਹੀ ਧਰਮਰਾਜ ਦੇ ਕੋਲ ਆ।
ਤੂੰ ਆਤਮਿਕ ਮੌਤ ਮਰ ਗਿਆ, ਆਤਮਾ ਵੱਲ ਨੂੰ ਤੂੰ ਚੱਲਿਆ ਹੀ ਨਹੀਂ। ਇਸ ਕਰਕੇ ਤੂੰ ਵਿਚਾਲੇ ਜਿਹੜਾ ਹੈਗਾ, ਨਾ ਤੇਰੇ ਕੋਲ ਉਰਵਾਰ ਹੈਗਾ ਆ ਸਰੀਰ ਰਹਿਣਾ ਤੇਰੇ ਕੋਲ, ਨਾ ਤੇਰੇ ਕੋਲ ਪਾਰਾਵਾਰ ਰਹਿਣਾ ਹੈ। ਪਰਲੇ ਕਿਨਾਰੇ ਗਿਆ ਹੀ ਨਹੀਂ ਤੂੰ ਦਰਿਆ ਦੇ। ਇਹ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਟਲਾ। ਕਹਿੰਦੇ ਤੂੰ ਤਾਂ ਪਰਲੇ ਪਾਸੇ ਜਾ ਨਹੀਂ ਸਕਿਆ, ਉਰਲੇ ਪਾਸੇ ਤੋਂ ਤੁਰ ਗਿਆ ਸਰੀਰ ਤੇਰਾ। ਹੁਣ ਜਿਹੜਾ ਹੈਗਾ ਤੈਨੂੰ ਮੇਰੇ ਕੋਲ ਹੀ ਆਉਣਾ ਪੈਣਾ ਹੈ। ਸਰ ਪਰ ਮੈਂ ਤੈ ਆਵਣਾ, ਕਹਿੰਦੇ ਤੇਰੇ ਕੋਲ ਆਪਸ਼ਨ ਹੀ ਨਹੀਂ ਕੋਈ। ਵਿਚਾਲੇ ਜਿਹੜਾ ਹੈਗਾ ਤੂੰ 84 ਲੱਖ ਜੂਨਾਂ ਪਈਆਂ ਹੈ। ਉਹ ਧਰਮਰਾਜ ਦੱਸ ਦੂਗਾ ਭਾਈ ਬਈ ਕਿੱਥੇ ਕੁ ਤੇਰਾ ਜਿਹੜਾ ਹੈਗਾ, ਕਿਹੜਾ ਤੇਰਾ ਹੈਗਾ, ਤੇਰੀ ਲਾਟਰੀ ਕਿੱਥੇ ਨਿਕਲ ਰਹੀ ਹੈ। ਸਰ ਪਰ ਮੈਂ ਤੈ ਆਵਣਾ, ਮਰਨੋਂ ਨਾ ਡਰਿਆਓ, ਮਰਨ ਤੋਂ ਡਰਨਾ। ਹਾਂਜੀ ਗੋਰਗੀ ਸਾਹਿਬ। ਹਾਂਜੀ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ, ਉਹ ਕਹਿ ਰਹੇ ਨੇ ਫਰੀਦਾ ਕੋ ਨਿਮਾਉਣੀ ਛੱਡ ਕਰੇ ਛੱਡ ਕਰੇ ਨਿਗਰ ਨਹੀਂ ਕਰਿਆ ਆਓ ਘਰ ਆਓ। ਹਾਂਜੀ ਬੇਕਰਾ। ਹਾਂ ਬੇਕਰਿਆ ਆ ਜਾ, ਹੁਣ ਮੈਂ ਹੈਗਾ ਤੇਰਾ ਘਰ। ਹੁਣ ਤੁਸੀਂ ਸਿਆਣੇ ਜੋ ਕਹਿੰਦੇ ਆ ਕਿ ਸਾਰੀ ਜ਼ਿੰਦਗੀ ਤੂੰ ਏਦਾਂ ਹੀ ਲੰਘ ਜਾਣੀ, ਹਾਂ ਤੂੰ ਆਪਣੇ ਘਰ ਵਾਪਸ ਨਹੀਂ ਜਾਣਾ ਜਿੱਥੋਂ ਆਏ ਆ। ਬਾਹਰ ਮੁਖੀ ਮਨ ਨੂੰ ਕਹਿ ਰਹੇ ਨੇ ਬਿਲਕੁਲ। ਤੂੰ ਬਾਹਰ ਮੁਖੀ ਗਤੀ ਕੀਤੀ ਹੈ, ਤੂੰ ਕਿਤੇ ਅੰਤਰਮੁਖੀ ਨਹੀਂ ਹੋਇਆ। ਔਰ ਉਹ ਇੱਕ ਸਾਡਾ ਆਪਸ਼ਨ ਹੈ। ਵੈਸੇ ਤਾਂ ਜੀਵਨ ਬਤੀਤ ਹੋ ਹੀ ਰਿਹਾ, ਆਪਾਂ ਜੇ ਬਾਹਰ ਮੁਖੀ ਤੁਰੇ ਜਾਵਾਂਗੇ ਤਾਂ ਤੁਰੇ ਜਾਵਾਂਗੇ। ਪਰ ਉਹ ਕਹਿੰਦੇ ਕਿ ਜਿੰਨਾ ਚਿਰ ਤੱਕ ਤੂੰ ਅੰਤਰਮੁਖੀ ਨਹੀਂ ਹੁੰਦਾ, ਜਿਉਂਦੇ ਜੀ ਤੂੰ ਸਮਾਧੀ ਲੀਨ ਨਹੀਂ ਹੁੰਦਾ। ਸਮਾਧੀ ਦਾ ਮਤਲਬ ਸਮਾਧੀ ਨਹੀਂ ਬਣਾਉਂਦੇ, ਮਰਨ ਤੋਂ ਬਾਅਦ ਬੰਦੇ ਦੀ ਸਮਾਧੀ ਬਣਾਤੀ। ਹਾਂ ਤੇ ਆਪਾਂ ਕਹਿੰਦੇ ਸਮਾਧੀ ਲੀਨ ਹੋ ਗਿਆ, ਉਹ ਨਹੀਂ ਸਮਾਧੀ ਲੀਨ। ਸਮਾਧੀ ਲੀਨ ਉਹ ਆ ਜਿਹੜਾ ਜਿਉਂਦੇ ਜੀ ਆਪਣੇ ਘਰ ਵਾਪਸ ਆ ਜਾਂਦਾ ਹੈ, ਉਹ ਮਰਿਆ ਹੈ। ਕਹਿੰਦੇ ਐਸੀ ਮਰਨੀ ਜੋ ਮਰੇ ਬੁੱਢ ਨਾ ਮਰਨਾ ਹੋਵੇ। ਐਸਾ ਮਰਨਾ ਵਾ, ਉਹ ਮਨ ਨੇ ਮਰਨਾ ਹੈ। ਦੁਨੀਆ ਦੇ ਪਦਾਰਥਾਂ ਤੋਂ ਮਰਨਾ। ਬਿਲਕੁਲ, ਮਨ ਨੇ ਦੁਨੀਆ ਦੇ ਪਦਾਰਥਾਂ ਤੋਂ ਸਮਾਧੀ ਲੈਣੀ ਆ। ਹਾਂ, ਤੇ ਜੇ ਨਹੀਂ ਲਈ ਤੇ ਫਿਰ ਕਹਿੰਦੇ ਕੋਈ ਗੱਲ ਨਹੀਂ। ਫਿਰ ਉਹ ਕਹਿੰਦੇ ਕਿ ਮਤਲਬ ਫਿਰ ਪ੍ਰਾਪਤੀ ਕੀ ਹੋਈ ਤੇਰੀ? ਪ੍ਰਾਪਤੀ ਤਾਂ ਕੁਛ ਵੀ ਨਹੀਂ। ਪ੍ਰਾਪਤੀ ਤੇ ਹੋਈ ਆ ਕਿ ਇਹ ਸੰਸਾਰ ਦੇ ਪਦਾਰਥ ਪ੍ਰਾਪਤ ਕੀਤੇ ਆ, ਉਹਦੇ ਵਿੱਚ ਸਾਡੇ ਤਨ ਨੂੰ ਸੁੱਖ ਮਿਲਿਆ, ਪਰ ਸਾਨੂੰ ਤੇ ਸੁੱਖ ਕਿਤੇ ਮਿਲਿਆ ਨਹੀਂ। ਉਹ ਸੁੱਖ ਦੇ ਲਈ ਆਪਾਂ ਭਟਕਦੇ ਫਿਰਦੇ ਹਾਂ। ਹਰ ਇੱਕ ਇਨਸਾਨ ਕੀ ਚਾਹੁੰਦਾ ਹੈ ਕਿ ਮੇਰਾ ਮਨ ਸ਼ਾਂਤ ਹੋ ਜਾਏ। ਉਹਦੇ ਮਨ 'ਚ ਇੱਕ ਇੱਛਾ ਹੁੰਦੀ ਹੈ, ਔਰ ਜਿੰਨਾ ਤੁਸੀਂ ਬਾਹਰ ਜਾਓਗੇ ਉਹਨਾਂ ਮਨ ਅਸ਼ਾਂਤ ਹੋ ਜਾਣਾ। ਮਾਲਕ ਕਹਿੰਦਾ ਮੈਂ ਇਹਦੇ ਵਿੱਚ ਸ਼ਾਂਤੀ ਨਾਮ ਦੀ ਚੀਜ਼ ਪਾਈ ਨਹੀਂ ਹੈਗੀ, ਤੂੰ ਲੱਭ ਨਹੀਂ ਸਕਦਾ। ਜਦ ਮੈਂ ਪਾਈ ਨਹੀਂ, ਪਾਉਣ ਵਾਲਾ ਮਾਲਕ ਆ। ਉਹ ਬਾਣੀ 'ਚ ਕਹਿ ਰਿਹਾ ਕਿ ਮੈਂ ਪਾਈ ਨਹੀਂ ਆ ਤੇ ਆਪਾਂ ਲੱਭ ਰਹੇ ਆ। ਬਸ ਦੇਖ ਲਓ ਭਾਈ ਕੌਣ ਜਿੱਤਦਾ। ਹਾਂ, ਇਹ ਉਹ ਕਹਿਣਾ ਚਾਹੁੰਦੇ ਨੇ। ਜਿਸ ਅਗਲੀ ਤੁਕ ਜੀ ਕਹਿੰਦੇ ਸਰਪਰ ਦਾ ਮਤਲਬ ਹੈ ਵੀ ਮਸਟ, ਤੇਰੇ ਕੋਲ ਆਪਸ਼ਨ ਹੀ ਨਹੀਂ ਹੈ। ਸਰਪਰ ਮੈਥ ਹੈ ਆਉਣਾ, ਮੇਰੇ ਕੋਲ ਹੀ ਆਉਣਾ ਹੈ। ਤੂੰ ਮੌਤ ਦੇ ਕੋਲ ਹੀ ਆਉਣਾ ਹੈ। ਤੂੰ ਜਿਹੜਾ ਹੈ ਆਤਮਿਕ ਮੌਤ ਮਰ ਗਿਆ ਹੈ। ਤੈਨੂੰ ਉੱਧਰ ਕੁਛ ਨਹੀਂ, ਉੱਧਰ ਜਾਣ ਦਾ ਤੇਰੇ ਕੋਲ ਤੂੰ ਚੁਆਇਸ ਹੀ ਨਹੀਂ ਕੀਤੀ। ਹੁਣ ਤੇਰੇ ਕੋਲ ਮੇਰੇ ਕੋਲ 84 ਲੱਖ ਜੂਨਾ ਹੈ, ਧਰਮਰਾਜ ਦੇ ਕੋਲ, ਉੱਥੇ ਹੀ ਆਉਣਾ ਹੈ। ਮਰਨੋਂ ਨਾ ਡਰਿਆਓ, ਹੁਣ ਨਾ ਡਰ ਤੂੰ ਪਾਏ। ਹੁਣ ਜੋ ਹੋ ਗਿਆ ਤੂੰ ਅੱਗੇ ਤਿਆਰੀ ਭੋਗੀ ਜੂਨਾਂ ਦੀ ਤਿਆਰੀ ਰੱਖ। ਹਾਂਜੀ ਵਿੱਚ ਉਹ ਕਹਿੰਦੇ ਚੀਜ਼ ਨੂੰ ਤੂੰ ਖਤਮ ਕਰ ਸਕਦਾ ਸੀ, ਪਰ ਤੂੰ ਨਹੀਂ ਕੀਤਾ। ਫਿਰ ਤੈਨੂੰ ਕੀ ਹੋਊਗਾ? ਅੱਗੇ ਜਾਣਾ ਪਊਗਾ। ਬਿਲਕੁਲ ਜਾਣਾ ਪਊਗਾ। ਯਾਤਰਾ ਤੂੰ ਖਤਮ ਨਹੀਂ ਕੀਤੀ, ਯਾਤਰਾ ਤੂੰ ਸ਼ੁਰੂ ਕਰ ਲਈ ਆ। ਹਾਂ, ਵਧਾ ਲਈ ਆ। ਇਹ ਪਹਿਲਾਂ ਤੇ ਬੀਤ ਗਿਆ, ਨਵਾਂ ਤੈਨੂੰ ਮਨੁੱਖਾ ਜਨਮ ਮਿਲਿਆ। ਇਹ ਤੇ ਨਵੀਂ ਯਾਤਰਾ ਤੂੰ ਲੈ ਗਿਆ ਵਾ। ਮੁੜ ਕੇ ਨੂੰ ਇਹ ਤੇਰੇ ਕਿਰਤ ਕਰਮ ਕੇ ਵਿਛੜੇ। ਕਿਰਤ ਵੀ ਕੀਤੀ ਆ, ਹੁਣ ਕੀਤਾ ਕਿਹੜੀ ਕੀਤੀ ਕਿਰਤ? ਬਿਲਕੁਲ ਕਰਮ। ਹੁਣ ਕਰਮ ਜਿਹੜੇ ਹੈਗੇ ਨੇ, ਉਹ ਕਰਮ ਤੇ ਤੁਹਾਡੇ ਸੰਸਕਾਰ ਬਣ ਜਾਣੇ। ਬਿਲਕੁਲ। ਤੇ ਉਹ ਫਿਰ ਉਹ ਜਿੱਥੇ ਜਿੱਥੇ ਲੀਕਾਂ ਮਾਰੀਆਂ ਫਿਰ ਉੱਥੇ ਜਾਣਾ ਪਊ, ਘੁੰਮਣਾ ਪਊ। ਕਿਉਂਕਿ ਉਹ ਧਰਮਰਾਜ ਦਾ ਇੱਕ ਸਿਸਟਮ ਹੈ, ਇੱਕ ਅਲਾਦਾ ਸਿਸਟਮ। ਆਪ ਜਸਟ ਨਹੀਂ ਦੇਖਦੇ ਇਸ ਸ੍ਰਿਸ਼ਟੀ 'ਚ ਗਲਤੀ ਕਿਉਂ ਨਹੀਂ ਹੈਗੀ। ਕਿਤੇ ਇੱਕ ਗਲਤੀ ਦੱਸੋ ਮੈਨੂੰ। ਆਹ ਪਲੀਜ਼ ਇੱਕ ਗਲਤੀ ਕੱਢ ਦੋ ਕਿ ਇੱਥੇ ਆ ਸਬਜ਼ੀ ਬਰਾਬਰ ਨਹੀਂ ਆ, ਦਾਲ ਬਰਾਬਰ ਨਹੀਂ ਆ ਸੂਰਜ ਗਲਤ ਚੜ ਗਿਆ, ਇਹ ਹਵਾ ਨਹੀਂ ਸਹੀ, ਇਹ ਪਾਣੀ ਨਹੀਂ ਸਹੀ ਬਣਿਆ। ਕੋਈ ਇੱਕ ਮਿਸਟੇਕ ਕੱਢ ਦੋ। ਆਪਨੇ ਦੇਖਿਆ ਨਹੀਂ ਇੰਨੀ ਪਰਫੈਕਸ਼ਨ ਕਿਉਂ ਆ? ਇੰਨੀਆਂ ਗੱਲਾਂ ਕਰਨ ਦੇ ਬਾਵਜੂਦ ਹੀ ਤੁਹਾਡਾ ਮਨ ਫਿਰ ਵੀ ਨਹੀਂ ਮੰਨਦਾ ਕਿ ਰੱਬ ਰੂਪੀ ਕੋਈ ਸ਼ਕਤੀ ਹੈਗੀ ਆ। ਤੁਹਾਡਾ ਕੀ ਕਿਸੇ ਦਾ ਨਹੀਂ ਮੰਨਦਾ।
ਬਾਣੀ ਕਹਿੰਦੀ ਹੈ, ਕੋਟਨ में एक करोड़ां ਚ ਇੱਕ ਹੈ, ਉਹ ਮੰਨੂਗਾ। ਕਿਉਂ? ਕਿਉਂਕਿ ਮਾਇਆ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੈ। ਉਹ ਪ੍ਰਿਜ਼ਮ ਦੇ ਵਿੱਚੋਂ ਜਦੋਂ ਪ੍ਰਕਾਸ਼ ਵੱਜਦਾ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੌਣ ਆ, ਉਹ ਤੇ ਕੁਝ ਹੋਰ ਹੀ ਬਣ ਕੇ ਬਹਿ ਜਾਂਦਾ। ਔਰ ਇਹੋ ਸਾਡਾ ਜੀਵਨ। ਠੀਕ ਹੈ ਜੀ, ਕਹਿੰਦੇ ਆਖਰ ਤੇ ਜਦੋਂ ਤੇਰੇ ਕੋਲ ਚਾਂਸ ਮਿਸ ਹੋ ਗਿਆ ਤੇ ਤੈਨੂੰ ਵਾਪਸ ਜਾਣਾ ਪਊਗਾ। ਇਟ ਇਜ਼ ਰੀਅਲੀ ਸੀਰੀਅਸ ਮੈਟਰ, ਵੈਰੀ ਸੀਰੀਅਸ ਮੈਟਰ। ਪਰ ਉਹ ਬਾਣੀ ਤਾਈਓ ਕਹਿੰਦੇ ਆ ਕਿ ਅਵਰ ਕਾਜ, ਅਵਰ A to Z ਤੇਰੇ ਕਾਰਜ ਹੈ, ਤੂੰ ਬਾਅਦ ਚ ਕਰ ਲਈ, ਪਹਿਲਾਂ ਇੱਧਰ ਆਤਮਾ ਦੇ ਵਿੱਚ ਜਿਹੜੇ ਤੈਨੂੰ ਸਮਾਧੀ ਲੀਨ ਹੋਣਾ ਹੈ, ਸੁਰਤੀ ਦਾ ਵਾਪਸ ਜਾਣਾ ਬਹੁਤ ਇੰਪੋਰਟੈਂਟ ਹੈ। ਕਿਉਂਕਿ ਜੇ ਤੂੰ ਉੱਥੇ ਗਤੀ ਨੇ ਨਾ ਕੀਤੀ, ਜਾਣੀ ਨਹੀਂ ਹੂੰ ਉਦਾਂ। ਬ੍ਰਹਮ ਨਹੀਂ ਜੀ ਰੋਕਦਾ ਨਿਜਰ ਸਾਹਿਬ। ਬ੍ਰਹਮ ਲੋਕੀ ਕਹਿੰਦੇ ਨਾ ਕਿ ਪ੍ਰਮਾਤਮਾ ਦੀ ਮਰਜ਼ੀ ਉੱਤੇ ਮਿਲੂਗਾ। ਮੈਂ ਪ੍ਰਮਾਤਮਾ ਦੀ ਕੋਈ ਮਰਜ਼ੀ ਨਹੀਂ ਆ, ਪ੍ਰਮਾਤਮਾ ਤੇ ਮਰਜ਼ੀ ਲੈ ਸਿਆ ਉਹ ਤੇ ਉਹਨੇ ਨਿਜਰ ਸਾਹਿਬ ਆਲਰੇਡੀ ਸਭ ਕੁਝ ਪਾ ਕੇ ਦਿੱਤਾ ਹੈ ਧਰਤੀ 'ਚ। ਬਿਲਕੁਲ ਗੋਰਖੀ ਸਾਹਿਬ, ਪਰਮਾਤਮਾ ਜੇ ਪਰਮਾਤਮਾ ਦੀ ਮਰਜ਼ੀ ਹੋਊਗੀ ਤੇ ਫਿਰ ਤਾਂ ਜਿਹੜਾ ਹੈਗਾ ਸਜ਼ਾ ਵੀ ਤਾਂ ਪਰਮਾਤਮਾ ਲਏ ਨਾ। ਸਜ਼ਾ ਕਿਉਂ ਸਾਨੂੰ ਦੇ ਰਿਹਾ ਫਿਰ? ਹਾਂ ਨਿਜਰ ਸਾਹਿਬ, ਜਿਹਨੂੰ ਮੇਰੀ ਮਰਜ਼ੀ ਹੈ, ਮੈਂ ਕਥਾ ਕਰਾਂ ਨਾ ਕਰਾਂ, ਮੈਂ ਬੈਠਾ ਰਵਾਂ, ਉਹ ਮੇਰੀ ਮਰਜ਼ੀ ਆ। ਬਿਲਕੁਲ। ਪਰਮਾਤਮਾ ਨੂੰ ਤੇ ਆਪਾਂ ਲੋਕ ਧੱਕੇ ਨਾਲ ਵਰਤੀ ਜਾਂਦੇ, ਇਸਤੇਮਾਲ ਕਰੀ ਜਾਂਦੇ, ਮਿਸਯੂਜ਼ ਕਰਦੇ ਉਹਦਾ। ਪਰਮਾਤਮਾ ਸ਼ਾ ਰਹਿਤ ਆ, ਉਹ ਨਹੀਂ ਸ਼ਾ ਕਰਦਾ। ਬਹੁਤ ਵਧੀਆ, ਬਹੁਤ ਵਧੀਆ। ਇਹ ਗੱਲ ਆਪਣੇ ਪੱਲੇ ਪੈ ਜੇ ਨਾ ਬਸ ਤਾਂ ਹੀ ਗੱਲ ਬਣਨੀ। ਹਾਂ, ਪਰ ਲੋਕੀ ਪਰਮਾਤਮਾ ਜਦੋਂ ਚੰਗਾ ਕੰਮ ਕੀਤਾ ਕਹਿੰਦੇ ਮੈਂ ਕੀਤਾ, ਜਦੋਂ ਗਲਤ ਹੋ ਜਾਂਦਾ ਕਹਿੰਦੇ ਰੱਬ ਨੇ ਕੀਤਾ। ਜਿਹੜਾ ਗਲਤ ਵੀ ਹੋਇਆ ਉਹਦੇ ਲਈ ਤੂੰ ਜ਼ਿੰਮੇਵਾਰ ਆ, ਤੂੰ ਕੁਝ ਕੀਤਾ ਵਾ। ਕਹਿੰਦੇ ਆ ਕੀ ਕੀਤਾ ਹੈ ਮਾਲਕਾ, ਤੂੰ ਮੇਰੇ ਨਾਲ ਹੀ ਕਿਉਂ ਕੀਤਾ ਹੈ? ਹਾਂ, ਬਾਕੀ ਠੀਕ ਹੈ ਜੀ, ਅੱਗੇ ਚੱਲੀਏ ਨਿਜਰ ਸਾਹਿਬ। ਇਹ ਮਨਜਿੰਦਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਾਫੀ ਦੇਰ ਦਾ ਤੁਹਾਡਾ ਪੰਜਾ ਨਿਸ਼ਾਨ ਆ ਰਿਹਾ ਸਾਨੂੰ। ਮਨਜਿੰਦਰ, ਹਾਂਜੀ ਠੀਕ ਹੈ ਜੀ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਕਹਿੰਦੇ ਅੱਖਾਂ ਦੇ ਸਾਹਮਣੇ ਮੇਰੇ ਇੰਨੀ ਦੁਨੀਆ ਚਲੀ ਗਈ। ਆਹ ਰਸਤੇ ਦੇ ਉੱਤੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਇਆ, ਇਹ ਪਦਾਰਥ, ਇਹ ਸਵਾਦ, ਇਹ ਰਸ, ਇਹ ਜਿਹੜਾ ਹੈਗਾ ਇਹਦੇ ਵਿੱਚ ਸਾਰੀ ਦੁਨੀਆ ਜਿਹੜੀ ਹੈ ਇਸੇ ਪਾਸੇ ਗਤੀ ਕਰਕੇ ਔਰ ਜਾਈ ਗਈ, ਮੇਰੀਆਂ ਅੱਖਾਂ ਦੇ ਸਾਹਮਣੇ ਜਾ ਰਹੀ ਆ। ਫਰੀਦਾ, ਲੋਕਾਂ ਆਪੋ ਆਪਣੀ, ਕਹਿੰਦੇ ਆਪੋ ਆਪਣੀ ਯਾਤਰਾ ਕਰਕੇ ਆਪੋ ਆਪਣੀ ਲੋਕਾਂ ਨੂੰ ਪਈ ਹੋਈ ਆ, ਆਪਾ ਤਾਪੀ ਪਈ ਹੋਈ ਆ, ਲੱਗਿਆ ਬਸ ਮਾਇਆ ਇਕੱਠੀ ਕਰਨ ਲੱਗੇ ਸਵਾਦਾਂ ਦੇ ਵਿੱਚ। ਮੈਂ ਆਪਣੀ ਪਈ ਤੇ ਤੂੰ ਕਿਹੜਾ ਘੱਟ ਆ ਪਤੰਦਰਾ? ਤੂੰ ਵੀ ਤਾਂ ਉਸੇ ਪਾਸੇ ਨੂੰ ਲੱਗਿਆ ਹੋਇਆ, ਤੂੰ ਵੀ ਤਾਂ ਉਹੀ ਕੁਛ ਕਰ ਰਿਹਾ ਆ, ਤੂੰ ਕਿਹੜਾ ਹਟਿਆ ਹੋਇਆ ਹੈ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਮੈਂ ਵੇਖਿਆ ਕਿ ਲੋਕ ਏਦਾਂ ਹੀ ਭਟਕਦੇ ਇਹ ਸੰਸਾਰ ਤੋਂ ਚਲ ਗਏ। ਕਿਨਾਰਾ ਨਹੀਂ ਲੱਭਿਆ। ਦੇਖੋ ਆਪਾਂ ਜਾਣਾ, ਇੱਕ ਹੁੰਦਾ ਉਰਲਾ ਤੇ ਇੱਕ ਹੁੰਦਾ ਪਰਲਾ। ਬਿਲਕੁਲ, ਪਰਲਾ। ਉਰਲਾ ਹੈਗਾ ਆਪਣੇ ਕੋਲ ਮਨੁੱਖੀ ਸਰੀਰ, ਪਰਲੇ ਪਾਸੇ ਹੈਗਾ ਪਰਮਾਤਮਾ ਆਤਮਾ, ਉਹ ਵਿਚਾਲੇ ਹੈਗਾ ਸੰਸਾਰ, ਉਹ ਭੋਗ ਵਿਲਾਸ ਔਰ ਜੂਨਾ 84 ਲੱਖ। ਹਾਂਜੀ ਵੀਰ ਜੀ, ਇਹ ਭਵ ਸਾਗਰ ਹੈ। ਹਾਂ, ਇਸ ਭਵ ਸਾਗਰ ਤੋਂ ਅਗਲੇ ਬੰਨੇ ਜਾਣਾ ਹੈ। ਜਦ ਤੱਕ ਤੁਸੀਂ ਆਤਮਾ ਨੂੰ ਨਹੀਂ ਜਾਣਦੇ, ਸਮਝ ਲਓ ਕਿ ਆ ਉੱਪਰਲੀ ਲਾਈਨ ਜਿਹੜੀ ਹੈਗੀ ਸਾਡੇ ਵਾਸਤੇ ਹੀ ਹੈ। ਬਿਲਕੁਲ ਚਲੀ ਗਈ, ਆਪਾਂ ਵੀ ਚਲੇ ਜਾਣਾ। ਕਿੱਦਾਂ ਚਲੇ ਜਾਣਾ? ਕਿਉਂਕਿ ਪ੍ਰਕਿਰਤੀ 'ਚ ਸਰੀਰ ਹੈਗਾ ਤੇ ਇਹਨੇ ਤੇ ਸਰੀਰ ਨੇ ਤੇ ਜਾਣਾ ਹੀ ਜਾਣਾ। ਠੀਕ ਹੈ, ਜੋ ਮਰਜੀ ਮੇਰੇ ਵਰਗਾ ਪੇਟ ਪੁੰਟ ਲਾ ਲੇ, ਜੋ ਮਰਜੀ ਕਰ ਲੇ, ਉਹ ਕੰਮ ਜਿਹੜਾ ਸ਼ੁਰੂ ਹੋ ਗਿਆ ਉਹਨੇ ਨਹੀਂ ਜੋ ਰੁਕਣਾ। ਠੀਕ ਹੈ, ਕਹਿੰਦੇ ਕਿ ਮੈਂ ਵੀ ਤੇ ਉਸੇ ਚੱਕਰ 'ਚ ਪਿਆ ਹਾਂ, ਇਹ ਲੋਕਾਂ ਚੱਲ ਜਾਣਾ ਤੇ ਬਿਲਕੁਲ ਚਲੇ ਜਾਣਾ। ਬਿਲਕੁਲ, ਗਿਆਨੀ ਧਿਆਨੀ ਸਾਰੇ ਚਲੇ ਜਾਣਗੇ ਵੀਰ ਜੀ। ਜਿਹੜਾ ਇਨਸਾਨ ਜਿਹੜਾ ਭਗਤੀ ਨਹੀਂ ਕਰੂਗਾ, ਸਾਡੇ ਵਰਗੇ ਕਥਾਵਾਚਕ ਵੀ ਚਲੇ ਜਾਣਗੇ। ਇਹ ਮੁਗਾਲਤਾ ਛੱਡਦੀ ਹੈ ਆਪਾਂ, ਕਿਉਂਕਿ ਜਿਹੜਾ ਹੈਗਾ ਨਿਕਲੂਗਾ ਉਹੀ ਜਿਹੜਾ ਹੈਗਾ ਇਹ ਆਪਣੀ ਆਤਮਾ ਵੱਲ ਨੂੰ ਗਤੀ ਕਰੂਗਾ। ਬਾਹਰ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਆਪਾਂ, ਮੇਰੇ ਵਰਗਾ ਜਿਹੜਾ ਕਥਾ ਕਰਕੇ ਤੇ ਥੋੜਾ ਦੋ ਬਾਣੀ ਦੇ ਅੱਖਰ ਜਾਣ ਕੇ ਤੇ ਆਪਣੇ ਆਪ ਨੂੰ ਸਮਝੇ ਵੀ ਮੈਂ ਤਾਂ ਜੀ ਮੁਕਤੀ ਆ, ਉਹ ਜਿਹੜਾ ਘੁੱਗੀ ਵਾਂਗੂ ਅੱਖਾਂ ਬੰਦ ਕਰ ਲੇ ਤੇ ਬਿੱਲੀ ਤੂੰ ਕਿਵੇਂ ਖਾਏਂਗੀ, ਤੇ ਉਵੇਂ ਦੀ ਗੱਲ ਬਣਨੀ ਨਹੀਂ ਹੈ। ਹਾਂਜੀ ਵੀਰ ਜੀ। ਤੇ ਹਾਂ, ਤੇ ਉਹ ਕਹਿੰਦੇ ਆ ਕਿ ਬਈ ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਹਾਂ, ਮੈਨੂੰ ਆਪਣੀ ਪਈ ਹੈ, ਲੋਕਾਂ ਨੂੰ ਆਪੋ ਆਪਣੀ ਪਈ। ਬਸ
ਔਰ ਮੈਂ ਵੀ ਤੇ ਕਹਿੰਦਾ ਕਿ ਲੋਕਾਂ ਨੂੰ ਛੱਡੋ, ਆਪਣਾ ਹੀ ਸਾਂਭ ਲਈਏ ਤੇ ਬੜੀ ਬਹਾਦਰੀ ਦਾ ਕੰਮ ਹੈ। ਹਾਂ, ਕਹਿੰਦੇ ਤੂੰ ਜਿਹੜਾ ਹੈਗਾ ਤੂੰ ਵੀ ਤਾਂ ਉਸੇ ਪਾਸੇ ਹੀ ਚੱਲ ਰਿਹਾ ਆ। ਅੱਗੇ ਦੇਖੋ, ਅਗਲੇ ਸ਼ਲੋਕ 'ਚ ਗੁਰਕੀ ਸਾਹਿਬ ਰੱਬ ਬੋਲਣ ਲੱਗ ਪਿਆ। ਦੇਖੋ ਫਰੀਦ ਜੀ ਦੇ ਉਹਦੇ ਵਿੱਚ ਰੱਬ ਬੋਲਣ ਲੱਗ ਪਿਆ। ਫਰੀਦ ਜੀ ਦੀ ਸ਼ਲੋਕ 'ਚ ਰੱਬ ਬੋਲਣ ਲੱਗ ਪਿਆ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਆਪ ਸਵਾਰੇ ਮੈਂ ਮਿਲੇ। ਕਹਿੰਦੇ ਫਰੀਦਾ ਤੂੰ ਘੱਟ ਤੋਂ ਘੱਟ ਤੂੰ ਤਾਂ ਜਿਹੜਾ ਹੈਗਾ ਇਸ ਪਾਸੇ ਹੋ ਜਾ, ਤੂੰ ਤਾਂ ਆਪਣੇ ਆਪ ਨੂੰ ਸਵਾਰ ਲਾ। ਤੂੰ ਕਿਉਂ ਜਿਹੜਾ ਹੈਗਾ ਭੇਡ ਚਾਲ ਦੇ ਵਿੱਚ ਲੱਗ ਰਿਹਾ ਆ। ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ, ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਤੂੰ ਤਾਂ ਔਖੇ ਪਾਸੇ ਨੂੰ ਹੋ ਜਾ, ਤੂੰ ਤਾਂ ਜਿਹੜਾ ਹੈਗਾ ਆਪਣੀ ਗੱਡੀ ਨੂੰ ਉੱਪਰ ਨੂੰ ਚੜਾਈ ਵੱਲ ਨੂੰ ਚੱਲ ਪਾ। ਆਪ ਸਵਾਰੇ, ਤੂੰ ਤਾਂ ਆਪਣੇ ਆਪ ਨੂੰ ਸਵਾਰ ਲਾ ਪਿਆਰਿਆ। ਤੂੰ ਲੋਕਾਂ ਵੱਲ ਨੂੰ ਕਿਉਂ ਦੇਖ ਰਿਹਾ ਆ। ਆਪ ਸਵਾਰੇ ਮੈਂ ਮਿਲਾਂ, ਤਾਂ ਤੂੰ ਮੈਨੂੰ ਮਿਲ ਸਕਦਾ ਆ। ਮੈਂ ਤੇਰੇ ਅੰਦਰ ਹੀ ਹੈਗਾ ਆ, ਤੇਰੇ ਅੰਦਰ ਹੀ ਹੈਗਾ ਆ। ਮੈਂ ਆਪਣੇ ਆਪ ਨੂੰ ਹੀ ਮਿਲਣਾ ਆ। ਮਾਲਕ ਪਰਮਾਤਮਾ ਜਿਹੜਾ ਹੈਗਾ, ਆ ਦੇਖੋ, ਆਪ ਸਵਾਰੇ ਮੈਂ ਮਿਲਾਂ, ਆਪਣੀ ਆਤਮਾ ਤੱਕ ਦੀ ਯਾਤਰਾ ਹੈਗੀ ਆ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਬਸ ਕਹਿੰਦੇ ਤੂੰ ਮੇਰਾ ਹੋ ਜਾ, ਮੇਰੇ ਵੱਲ ਨੂੰ ਗੱਡੀ ਕਰ ਦੇ। ਔਰ ਸਾਰਾ ਸੰਸਾਰ ਜਿੱਥੇ ਪਿੱਛੇ ਤੂੰ ਲੋਕੀ ਮਰ ਰਹੇ, ਤੂੰ ਜਿਹੜਾ ਇਹਨਾਂ ਦੇ ਪਿੱਛੇ ਤਰਲੇ ਕੱਢ ਰਿਹਾ ਆ, ਇਹ ਸਵਾਦਾਂ ਦੇ ਪਿੱਛੇ, ਇਹ ਸਾਰਾ ਕਹਿੰਦੇ ਤੂੰ ਮੇਰਾ ਹੋ ਜਾ। ਇਹ ਸਾਰਾ ਸੰਸਾਰ ਮੈਂ ਬਣਾਇਆ ਹੋਇਆ ਆ ਤੇ ਇਹ ਵੀ ਤੇਰਾ ਹੋ ਜਾਊਗਾ ਭਾਈ। ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ, ਮਨ ਜੀਤੈ ਜਗ ਜੀਤ। ਬਸ ਆ ਦੇਖ ਲਓ। ਹਾਂਜੀ ਗੁਰਕੀ ਸਾਹਿਬ। ਹਾਂ, ਇੱਕ ਵੀਰ ਜੀ ਹੋਰ ਵੀ ਸ਼ਬਦ ਆਉਂਦਾ ਨੇ, ਜਦ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ। ਲੋਕ ਨਾ ਭਤੀਜੇ, ਨਾ ਭਤੀਜੇ ਤੋਂ ਕਿ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਤੂੰ ਕੀ ਲੈਣਾ ਪੈ ਕੇ। ਹਾਂ, ਕਹਿੰਦੇ ਉਹ ਭਤੀਜੇ ਦੇ ਨਹੀਂ ਭਤੀਜੇ ਤਾਂ ਕੀ, ਆਪਣੀ ਯਾਤਰਾ ਕਰ, ਬਸ ਆਪਣੀ ਫਸੀ ਨਵੇੜੀਏ। ਹਾਂਜੀ ਗੁਰਕੀ ਜੀ। ਹਾਂਜੀ ਠੀਕ ਹੈ। ਦੇਖੋ ਹੁਣ ਫੇਰ ਕੰਮ ਦੀ ਗੱਲ ਕਰਦੇ ਜੀ। ਕਹਿੰਦੇ ਆਪ ਸਵਾਰ, ਬਿਲਕੁਲ ਆਪ ਸਵਾਰ। ਕਹਿੰਦੇ ਕੰਮ ਕਿੱਥੇ ਕਰਨਾ, ਕਹਿੰਦੇ ਘਰੇ ਕਰਨਾ, ਜ਼ਿਆਦਾ ਬਾਹਰ ਨਹੀਂ ਕਰਨਾ। ਮੇਰੇ ਵਗਾ ਰੰਬੀ ਚੁੱਕ ਕੇ ਗਵਾਂਢੀਆਂ ਕਰ ਤੁਰਿਆ ਫਿਰਦਾ। ਹਾਂ, ਇਹ ਤਾਂ ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਨਹੀਂ, ਤੇਰਾ ਜਿਹੜਾ ਛੋਟਾ ਜਿਹਾ ਗਾਰਡਨ ਹੈਗਾ, ਚਿੱਤ ਹੈਗਾ ਨਾ, ਇੱਥੇ ਕੰਮ ਕਰਨਾ ਪੈਣਾ ਤੈਨੂੰ। ਇੱਥੇ ਜਿਹੜੀਆਂ ਬੂਟੀਆਂ ਜਿਹੜੀਆਂ ਗਲਤ ਉੱਗ ਗਈਆਂ ਨੇ, ਉਹਨਾਂ ਨੂੰ ਪੁੱਟਣਾ ਪੈਣਾ। ਤੇ ਆਪਾਂ ਨੀ ਕਹਿੰਦੇ ਉਹ ਯਾਰ, ਉਹ ਬੰਦੇ ਨੇ ਆਪਣੇ ਆਪ ਨੂੰ ਬੜਾ ਸਵਾਰਿਆ, ਉਹਨੇ ਔਰਤ ਨੇ ਘਰ ਬੜਾ ਸਵਾਰ ਕੇ ਰੱਖਿਆ। ਕਈ ਜੰਦੀਆਂ ਨੇ ਉਹ ਰਸੋਈ ਵੇਖੋ, ਉੱਥੇ ਪਤਾ ਨੀ ਸਮਾਨ ਕਿੱਥੇ ਕਿੱਥੇ ਸੁੱਟਿਆ, ਕੋਈ ਚੀਜ਼ ਲੱਭਦੀ ਨਹੀਂ, ਚੀਜ਼ ਸਹੀ ਤਰ੍ਹਾਂ ਨਹੀਂ ਰੱਖਦੀ। ਤੇ ਕਈਆਂ ਨੇ ਆਪਣੀਆਂ ਰਸੋਈਆਂ ਆਪਣੇ ਘਰਾਂ ਨੂੰ ਸਵਾਰ ਕੇ ਰੱਖਿਆ ਹੁੰਦਾ। ਤੇ ਨਜ਼ਰ ਸਾਹਿਬ ਚੀਜ਼ ਫਿਰ ਲੱਭ ਜਾਂਦੀ ਹੈ ਨਾ, ਬਿਲਕੁਲ ਸੋਹਣੀ ਵੀ ਲੱਗਦੀ ਹੈ ਨਾ। ਮੇਰੇ ਵਰਗਾ ਕਿਸੇ ਘਰ ਵੜੂ ਜਾਂ ਮੇਰੇ ਘਰ ਕੋਈ ਆਵੇ ਤੇ ਪਹਿਲੀ ਗੱਲ ਤੈਨੂੰ ਰਸੋਈ ਵੇਖ ਕੇ ਦੱਸ ਦੇਣਾ ਕਿ ਲੋਕਾਂ ਦੀ ਮਨ ਦੀ ਸਥਿਤੀ ਕੀ ਹੈ। ਤੁਹਾਡੀ ਅਲਮਾਰੀ ਤੋਂ ਪਤਾ ਲੱਗਦਾ ਤੁਹਾਡੇ ਮਨ ਦੀ ਸਥਿਤੀ, ਤੁਹਾਡੇ ਕੱਪੜੇ ਰੱਖਣ ਤੋਂ ਪਤਾ ਲੱਗਦਾ। ਬਿਲਕੁਲ। ਉਹ ਇੱਥੇ ਇਹੋ ਗੱਲ ਕਹਿ ਰਹੇ ਨੇ ਕਿ ਤੁਹਾਡੇ ਜਿੱਦਾਂ ਘਰ 'ਚ ਕੋਈ ਆਉਂਦਾ ਹੈ ਤੇ ਜੇਕਰ ਘਰ ਸਾਫ਼ ਸੁਥਰਾ ਹੈ ਤੇ ਉਹਨਾਂ ਨੂੰ ਚੰਗਾ ਲੱਗਦਾ, ਉਸੇ ਤਰ੍ਹਾਂ ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਸਵਾਰੋ। ਕਮ ਸੇ ਕਮ ਸਵਾਰੋ ਦਾ ਮਤਲਬ ਕੀ ਆ, ਉਹ ਥੋੜਾ ਕੰਮ ਤੇ ਕਰੋ, ਉਹਨੂੰ ਅਹਿਸਾਸ ਜਿਹਾ ਤਾਂ ਹੋਵੇ ਯਾਰ ਇਹ ਬੰਦਾ ਚਰਨਜੀਤ ਹੈ, ਥਾਲੀ ਥੋੜੀ ਮਾਂ ਕੇ ਬੈਠਾ, ਨਿੱਜਰ ਸਾਹਿਬ ਰੋਟੀ ਦਾ ਵੀ ਦੇ ਦੂਗਾ। ਹਾਂ, ਅਵਗੁਣ ਛੱਡੋ, ਥੋੜੇ ਅਵਗੁਣ ਛੱਡੋ ਤੇ ਗੁਣਾਂ ਦੀ ਖੁਸ਼ਬੂ ਤਾਂ ਆਪੇ ਆ ਜਾਣੀ ਆ, ਅਵਗੁਣਾਂ ਦੀ ਬਦਬੂ ਵੀ ਆਪੇ ਆ ਜਾਣੀ ਆ, ਉਹ ਤਾਂ ਆ ਹੀ ਰਹੀ ਹੈ। ਮੇਰੇ ਵਰਗਾ ਜੇ ਨਹੀਂ ਹੈਗਾ ਬਹੁਤਾ ਸਾਬਣ ਵਧੀਆ, ਜੋ ਵੀ ਹੈਗਾ ਉਹਦੇ ਨਾਲ ਫੜ ਕੇ ਕੱਪੜਾ ਸਾਫ਼ ਕਰਨਾ ਤੇ ਸ਼ੁਰੂ ਕਰੀਏ, ਮੈਲ ਆਪੇ ਲੈ ਜਾਊਗੀ। ਹਾਂ, ਕਹਿੰਦੇ ਕੁਛ ਕਰੋ, ਯੂ ਹੈਵ ਟੂ ਡੂ ਸਮਥਿੰਗ। ਬਿਲਕੁਲ। ਕਹਿੰਦੇ ਕਿ ਆਪ ਸਵਾਰੋ ਤੇ ਫਿਰ ਕੀ ਹੋਊਗਾ। ਕਹਿੰਦੇ ਜਦੋਂ ਤੂੰ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰਤਾ ਨਾ, ਉਹ ਭੋਲਿਆ ਤੂੰ ਆਤਮਾ ਦੇ ਕਰੀਬ ਆ ਜਾਏਗਾ, ਫਿਰ ਤੈਨੂੰ ਮੈਂ ਮਿਲ ਜਾਵਾਂਗਾ। ਤੇ ਆਪ ਨੂੰ ਸਵਾਰਨਾ ਕੀ ਹੈ, ਤੁਹਾਨੂੰ ਪਤਾ ਹੀ ਹੈ, ਕਿੱਥੇ ਕੰਮ ਕਰਨ ਦੀ ਲੋੜ ਆ। ਇਹ ਕੋਈ ਕਹਿਣ ਦੀ ਲੋੜ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼, ਇਹ ਸਾਡੇ ਔਗਣ ਨੇ, ਇਹ ਸਾਨੂੰ ਮਲੀਨ ਕਰ ਦਿੰਦੇ ਨੇ। ਬਿਲਕੁਲ। ਸਾਡੀ ਸੁਰਤੀ ਨਾਲ ਚਿੰਬੜ ਜਾਂਦੇ ਨੇ। ਔਰ ਇਹ ਕਿੱਦਾਂ ਚਿੰਬੜਦੇ ਨੇ, ਇਹਨਾਂ ਨੂੰ ਇਹ ਤੁਹਾਨੂੰ ਮਿਲਣੇ ਤੇ ਨਹੀਂ, ਇਹ ਕੇਵਲ ਵਿਚਾਰਾਂ ਦੇ ਰੂਪ 'ਚ ਚਿੰਬੜਦੇ ਨੇ। ਠੀਕ ਹੈ ਨਾ ਜੀ ਸਾਹਿਬ। ਬਿਲਕੁਲ ਸਹੀ ਗੱਲ ਆ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਆ। ਔਰ ਮਾਲਕ ਤਾਂ ਕਹਿੰਦਾ ਕਿ ਨਾਨਕ ਸਾਹਿਬ ਕੀ ਮਾਲਕ ਤਾਂ ਕਹਿੰਦਾ ਕਿ ਤੂੰ ਜਿਹੜਾ ਹੈਗਾ, ਤੂੰ ਮੈਂ ਤੇਰੇ ਇੰਨਾ ਜਿਹੜਾ
ਇੰਨੀ ਮੈਲ ਹੈਗੀ ਆ ਤੇਰੀ, ਤੂੰ ਮੈਲ ਦੀ ਚਿੰਤਾ ਹੀ ਨਾ ਕਰ, ਤੂੰ ਇੱਕ ਵਾਰੀ ਸਾਬਣ ਲਾਉਣਾ ਸ਼ੁਰੂ ਕਰ। ਤੇਰੇ ਵੱਲੋਂ ਜਿਹੜਾ ਹੈਗਾ ਮੈਨੂੰ ਚਾਹੀਦਾ ਵੀ ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਨਿਰਮਲ ਕਰਨ ਲੱਗ ਪਿਆ, ਤੂੰ ਲੱਗ ਪਿਆ ਇਸ ਕੰਮ ਤੇ, ਬਾਕੀ ਮੈਲ ਲਾਉਣੀ ਮੇਰਾ ਕੰਮ ਹੈ, ਮਾਲਕ ਕਹਿੰਦਾ। ਹਾਂ ਨਿੱਜਰ ਸਾਹਿਬ, ਉਹ ਤੇ ਵੈਸੇ ਵੀ ਕੰਚਨ ਜਦੋਂ ਪਾਰਸ ਦੇ ਲਾਗੇ ਕੋਈ ਚੀਜ਼ ਜਾਂਦੀ, ਪਾਰਸ ਨੇ ਤੇ ਉਹਨੇ ਸੋਨਾ ਕਰ ਹੀ ਦੇਣਾ, ਪਰ ਨਿੱਜਰ ਸਾਹਿਬ ਪਾਰਸ ਦੇ ਲਾਗੇ ਤੇ ਕੋਈ ਜਾਵੇ ਨਾ। ਹਾਂ ਬਸ ਆਹੀ ਗੱਲ ਹੈ, ਆਤਮਾ ਦੇ ਵਿੱਚ ਹੀ ਆਪਾਂ ਸਾਰੇ। ਇਹ ਕਈ ਲੋਕ ਕਹਿੰਦੇ ਰੱਬ ਨੂੰ ਲੱਭੋ, ਉਹ ਰੱਬ ਕਿੱਥੇ ਲੱਭਣਾ ਹੈ? ਰੱਬ ਕੋਈ ਬੰਦਾ ਵਾ? ਰੋਜ਼ ਤਾਂ ਜਾਂਦੇ ਆ ਆਪਾਂ, ਸੌਂ ਕੇ ਉੱਥੇ ਪਹੁੰਚ ਜਾਂਦੇ ਆ, ਰੋਜ਼ ਵਾਪਸ ਆ ਜਾਂਦੇ ਆ ਪਰ। ਹਾਂ ਸੁੱਤੇ ਜਾਂਦੇ। ਮੇਰੇ ਵਰਗਾ ਸਕੂਲ ਜਾਂਦਾ, ਉੱਥੇ ਅੱਖਾਂ ਬੰਦ ਕਰਕੇ ਸੌਂ ਜਾਂਦਾ, ਫਿਰ ਜਦੋਂ ਬੈਲ ਵੱਜਦੀ ਤੇ ਬੈਟਰੀ ਚੁੱਕ ਕੇ ਘਰ ਨੂੰ ਆ ਜਾਂਦਾ। ਸਬਕ ਕਿੱਥੋਂ ਮਿਲੇ? ਬਿਲਕੁਲ ਸਹੀ ਗੱਲ ਹੈ, ਆਹੀ ਸਹੀ ਗੱਲ ਹੈ, ਆਹੀ ਹੈ। ਤੇ ਜਦੋਂ ਸਕੂਲੇ ਮੈਂ ਜਾਗਰਤ ਅਵਸਥਾ ਜਾਊਂਗਾ ਤੇ ਸਬਕ ਆਪੇ ਮਿਲ ਜਾਣਾ। ਫਿਰ ਕਿੱਥੇ ਘੜੀਏ ਸੁਰਤ ਮਤ ਮਨ ਬੁੱਧ। ਬਿਲਕੁਲ, ਤਿੱਥੇ ਘੜੀਏ ਸੁਰਾਂ ਸਿਦਾਂ ਕੀ ਸੁਧ। ਬਸ ਬਸ ਸਾਫ ਸੁਥਰੇ ਸਟੂਡੈਂਟ ਬਣ ਕੇ ਤੇ ਜਾਈਏ, ਕਮ ਸੇ ਕਮ ਟੀਚਰ ਨੂੰ ਪਤਾ ਲੱਗੇ ਕਲਾਸ 'ਚ ਬੈਠਾ ਬਾਬੂ ਸਾਹਿਬ, ਇਹਨੂੰ ਕੋਈ ਸਬਕ ਦਈਏ। ਤੇ ਮੇਰੇ ਵਰਗੇ ਨੇ ਬੂਟ ਨਾ ਪਾਏ ਹੋਣ, ਟਾਈਮ ਤੇ ਪਹੁੰਚਿਆ ਨਾ ਹੋਵੇ, ਤੇ ਉਹਨੇ ਕਹਿਣਾ ਇਹ ਬੱਚਾ ਤੇ ਨਾ ਕੋਈ ਫੀਸ ਭਰੀ, ਨਾ ਗੱਲ ਨਾ ਬਾਤ, ਕੋਈ ਤਿਆਰੀ ਨਹੀਂ, ਕਿਤਾਬ ਨਹੀਂ ਬੈਗ 'ਚ। ਉਹ ਨਹੀਂ, ਮੈਂ ਦੇਖੋ ਆਪ ਪਲੀਜ਼ ਸਮਝੋ, ਪ੍ਰੋਫੈਸਰ ਤੁਹਾਨੂੰ ਸਬਕ ਬਾਅਦ 'ਚ ਦਊਗਾ, ਪਹਿਲਾਂ ਤੁਹਾਡੀ ਆਊਟਫੁੱਟ ਵੇਖਣੀ ਨੇ। ਆਊਟਫੁੱਟ ਵੇਖੋ, ਤੁਹਾਡੀ ਡਰੈਸ ਕੋਡ ਵੇਖਣਾ, ਤੁਹਾਡੇ ਬੂਟ ਬੜ ਵੇਖਣੇ, ਨਹਾਉਣ ਨੂੰ ਗਿਆ ਜੋ, ਤੁਹਾਡੇ ਕੋਲ ਕਿਤਾਬਾਂ ਕਾਪੀਆਂ ਹੈਗੀਆਂ। ਜੈਸਾ ਸਬਕ ਤੇ ਬਾਅਦ 'ਚ ਸ਼ੁਰੂ ਹੋਣਾ ਵਾ। ਇੱਥੇ ਆਪਾਂ ਨੂੰ ਸਵਾਰਨਾ ਹੈ, ਕਮ ਸੇ ਕਮ ਥੋੜਾ ਬਹੁਤੀ ਹਿਲ ਜੁਲ ਕਰੋ, ਥੋੜਾ ਜਿਹਾ ਪਤਾ ਲੱਗ ਜੇ ਜੀ ਪ੍ਰਕਿਰਤੀ ਨੂੰ ਕਿ ਬਈ ਮੈਂ ਕੋਸ਼ਿਸ਼ ਕਰ ਰਿਹਾ, ਫਿਰ ਆਪਣੇ ਆਪ ਹੀ ਕੰਮ ਹੋਵੇ। ਹਾਂ ਚੁਆਇਸ ਪਤਾ ਲੱਗੇ ਨਾ, ਤੁਹਾਡੀ ਚੁਆਇਸ ਕੀ ਹੈਗੀ ਆ, ਇਹ ਤਾਂ ਪਤਾ ਲੱਗੇ। ਆਪਾਂ ਤਾਂ ਜਿਹੜੇ ਹੈਗੇ ਚੁਆਇਸ ਤਾਂ ਮਾਇਆ ਦੀ ਰੱਖ ਕੇ ਬੈਠੇ ਆ, ਤੇ ਉਹ ਮੂੰਹ ਦੇ ਉੱਤੋਂ ਜਿਹੜਾ ਹੈਗਾ ਉਹ ਮੋਮੋ ਠਗਣੀਆਂ ਜਿਹੜੀਆਂ ਹੈਗੀਆਂ ਕਹੀ ਜਾਂਦੇ ਆ, ਮਾਲਕਾ ਫਲਾਨਾ ਟਿਮਕਾ, ਮੈਂ ਮੈਨੂੰ ਬੋੜ, ਮੈਨੂੰ ਆਹ ਕਰ, ਮੈਨੂੰ ਉਹ ਕਰ। ਬਸ ਅਰਦਾਸ ਜਿਹੜੀ ਹੈਗੀ ਅੰਦਰੋਂ ਜਿਹੜੀ ਮਾਇਆ ਦੀ ਹੁੰਦੀ ਹੈ। ਹਾਂ ਉੱਥੇ ਫਿਰ ਪ੍ਰੋਬਲਮ ਹੋ ਜਾਂਦੀ। ਪ੍ਰਕਿਰਤੀ ਫਿਰ ਕੀ ਕਰੇ? ਠੀਕ ਹੈ ਜੀ, ਕਹਿੰਦੇ ਪਰ ਜਦੋਂ ਤੂੰ ਆਪਣੇ ਆਪ ਨੂੰ ਸਵਾਰ ਲਿਆ ਤੇ ਮੈਂ ਮਿਲ ਜਾਵਾਂਗਾ ਤੈਨੂੰ। ਹਾਂ ਬਿਲਕੁਲ, ਔਰ ਮੈਂ ਮਿਲ ਗਿਆ ਤੇ ਫਿਰ ਸਾਰਾ ਜੱਗ ਤੇਰਾ ਹੋ ਜਾਊਗਾ। ਬੜੀ ਵੱਡੀ ਗੱਲ ਹੈ। ਬ੍ਰਾਹਮਣ ਦਾ ਮਾਲਕ ਤੁਹਾਨੂੰ ਮਿਲ ਜੇ ਤੇ ਹੋਰ ਕੀ ਚਾਹੀਦਾ ਤੁਹਾਨੂੰ? ਬਾਕੀ ਕੋਈ ਨਾ ਵੀ ਮਿਲੇ ਇਹ ਵੀ ਲੋੜ ਨਹੀਂ ਜੀ। ਨਹੀਂ, ਉਹ ਤਾਂ ਮਿਲਣੀ ਲਾਜ਼ਮੀ ਹੈ ਗੋਰਖੀ ਸਾਹਿਬ, ਇਹਦੇ ਵਾਸਤੇ ਤਾਂ ਬਣਾਈ ਹੈ ਮਾਲਕ ਨੇ, ਹੋਰ ਕਾਹਦੇ ਵਾਸਤੇ ਬਣਾਇਆ ਉਹਨੇ ਸਾਰਾ? ਉਹ ਮਾਲਕ ਮੈਂ ਨਾ ਨਿੱਜਰ ਸਾਹਿਬ ਨਾ ਮਿਲੇ ਜੇ ਤੁਹਾਨੂੰ, ਪਰਮਾਤਮਾ ਹੀ ਮਿਲ ਜੇ ਤੇ ਹੋਰ ਕੀ ਰਹਿ ਗਿਆ? ਬਿਲਕੁਲ, ਕੀ ਰਹਿ ਗਿਆ? ਉਹਨੇ ਤਾਂ ਬਣਾਇਆ ਸਾਰਾ ਕੁਝ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ। ਹਾਂ ਉਹ ਕਹਿੰਦੇ ਆ, ਫਿਰ ਕਹਿੰਦੇ ਆ ਕਿ ਫਿਰ ਉਹ ਕਹਿੰਦੇ ਦੁੱਖ ਦਾਰੂ ਆ ਤੇ ਸੁੱਖ ਰੋਗ ਆ। ਫਿਰ ਉਹ ਇੱਕ ਸਹਿਜ ਜੀਵਨ ਬਤੀਤ ਹੋਣਾ, ਜੀਵਨ ਬੜਾ ਸਾਫ਼ ਸੁਥਰਾ ਹੋ ਜਾਣਾ, ਬੜਾ ਕਲੀਅਰ ਤੇ ਬੜਾ ਪਿਓਰ। ਤੁਹਾਡਾ ਬੋਲਣਾ, ਤੁਹਾਡਾ ਬਹਿਣਾ, ਤੁਹਾਡਾ ਚੱਲਣਾ, ਤੁਹਾਡਾ ਸੌਣਾ, ਹਰ ਇੱਕ ਚੀਜ਼ ਉਸ ਪ੍ਰਕਿਰਤੀ ਦੇ ਅਨੁਸਾਰ ਹੋਵੇਗੀ। ਬਿਲਕੁਲ, ਖੁਸ਼ਬੂ ਆਏਗੀ ਗੋਰਖੀ ਸਾਹਿਬ, ਖੁਸ਼ਬੂ ਆਏਗੀ, ਤੁਹਾਨੂੰ ਦੁਨੀਆ ਜਿਹੜੀ ਹੈਗੀ ਦੇਖੇਗੀ ਔਰ ਦੁਨੀਆ ਅਰਸ਼ਟ ਕਰੇਗੀ। ਔਰਾ ਐਸਾ ਪੋਜ਼ਿਟਿਵ ਹੋ ਜਾਏਗਾ ਕਿ ਲੋਕੀ ਜਿਹੜੇ ਹੈਗੇ ਸੰਗਤ ਕਰਨ ਵਾਸਤੇ ਤਰਸਣਗੇ, ਇਸ ਤਰ੍ਹਾਂ ਦਾ ਹੋ ਜਾਏਗਾ। ਹਾਂਜੀ ਗੋਰਖੀ ਸਾਹਿਬ। ਹਾਂ ਤੁਹਾਡੇ ਅੰਦਰੋਂ ਸ਼ਕਤੀ ਆ ਜਾਏਗੀ। ਠੀਕ ਹੈ ਜੀ, ਅਗਲੇ ਬੰਨੇ ਚਲੀ ਨਿੱਜਰ ਸਾਹਿਬ। ਹਾਂਜੀ। ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ। ਕਹਿੰਦੇ ਦੇਖ ਲੈ ਪਿਆਰਿਆ, ਸ਼ਰੀਰ ਦੀ ਤੇਰੀ ਮੁਨਿਆਦ ਹੈਗੀ ਆ ਪਿਆਰਿਆ, ਇਹਨੇ ਚਲੇ ਜਾਣਾ ਹੈ, ਇਹਨੇ ਇੱਕ ਸੈਕਿੰਡ ਵੀ ਤੈਨੂੰ ਵਾਧੂ ਨਹੀਂ, ਇੱਕ ਸਾਹ ਵੀ ਵਾਧੂ ਨਹੀਂ ਮਿਲਣਾ। ਦੇਖ ਲੈ ਜਿਵੇਂ ਜਿਹੜਾ ਹੈਗਾ ਦਰਿਆ ਦੇ ਕੰਢੇ ਤੇ ਰੁੱਖ ਹੁੰਦਾ ਹੈ, ਕਿੰਨੀ ਕੁ ਦੇਰ ਤੱਕ ਰਹਿ ਸਕਦਾ ਹੈ? ਉਹ ਕੰਢਾ ਤਾਂ ਕੱਚਾ ਹੈ, ਖੁਰ ਰਿਹਾ ਹੈ ਕੰਢਾ, ਉਹਦਾ ਨੰਬਰ ਲੱਗਿਆ ਪਿਆ ਹੈ। ਇਸੇ ਕਰਕੇ ਕੱਚੇ ਭਾਂਡੇ ਦੇ ਵਿੱਚ ਪਾਣੀ ਜਿਹੜਾ ਹੈਗਾ ਕਿੰਨੀ ਦੇਰ ਤੱਕ ਰੱਖ ਸਕਦੇ ਆ ਪਿਆਰਿਆ? ਇਹ ਸਰੀਰ ਤੇਰਾ ਬਿਲਕੁਲ ਕੱਚਾ ਭਾਂਡਾ ਹੈ, ਕੱਚੇ ਤੋਂ ਕੱਚਾ ਹੈਗਾ, ਇਹਨੇ ਠੱਸ ਹੋ ਜਾਣਾ ਹੈ। ਇਸ ਕਰਕੇ ਕਰ ਲਾ ਜਿਹੜਾ ਹੈਗਾ ਇਹਦੇ ਤੋਂ ਜਿਹੜਾ ਕੰਮ ਲੈਣਾ ਹੈ, ਜਿਹੜੇ ਕੰਮ ਆਇਆ ਆ ਉਹ ਕੰਮ ਨੂੰ ਦੇਰ ਨਾ ਕਰ, ਕੱਲ ਨਾ ਕਰ, ਅੱਜ ਸਵੇਰ ਨਾ ਕਰ, ਹੁਣੇ ਹੀ ਸ਼ੁਰੂ ਕਰ। ਹਾਂਜੀ ਬੇਟੀ। ਹਾਂਜੀ ਠੀਕ ਹੈ ਜੀ। ਕਹਿੰਦੇ ਕੰਧ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਕਿੰਨੀ ਕੰਧੀ ਮਤਲਬ ਜਿਹੜਾ ਕਿਨਾਰਾ ਹੁੰਦਾ ਦਰਿਆ ਦਾ, ਕਹਿੰਦੇ ਕਿੰਨੀ ਦੇਰ ਤੱਕ ਰੁੱਖ ਜਿਹੜਾ ਹੈਗਾ ਉੱਥੇ ਕਿੰਨੀ ਦੇਰ ਤੱਕ ਸੋਚ ਸਕਦਾ ਵੀ ਮੈਂ ਇੱਥੇ ਹੈਗਾ ਆ। ਮੈਂ ਕਿਹਾ ਦਰਿਆ ਜਿਹੜਾ ਨਾ, ਦਰਿਆ ਕਹਿੰਦੇ ਜਦੋਂ ਦਰਿਆ ਤੁਰਨਾ ਸ਼ੁਰੂ ਕਰਦਾ ਨਾ, ਤੁਰਿਆ ਜਾਂਦਾ, ਕਿਨਾਰਾ ਭੁੱਲੀ ਜਾਂਦਾ। ਕਿਉਂਕਿ ਇਸੇ ਤਰ੍ਹਾਂ ਹੀ ਸਾਡਾ ਜੀਵਨ, ਇਹ ਵੀ ਭੁੱਲਦਾ ਹੀ ਜਾਂਦਾ ਪਿਆ। ਬਿਲਕੁਲ
ਵੈਸੇ ਭੁਰਦਾ ਬੜਾ ਸਲੋ ਆ, ਪਤਾ ਨਹੀਂ ਲੱਗਦਾ। ਮੈਂ ਤੈਨੂੰ ਵੇਖਿਆ ਮੇਰੀ ਸੱਜੀ ਦਾੜੀ ਸਾਰੀ ਚਿੱਟੀ ਹੋ ਗਈ ਵਾਹਵਾ ਹੀ ਚਿੱਟੀ ਹੋ ਗਈ। ਮੈਂ ਫਿਰ ਕਲੀਨਿਕ ਚ ਤੇਲ ਰੱਖਿਆ, ਅੱਜ ਮੈਂ ਮਲਿਆ ਸਵੇਰੇ, ਮੈਂ ਤੇ ਥੋੜੀ ਕਾਲੀ ਹੋ ਜੇ। ਸੋ ਕਹਿਣ ਤੋਂ ਭਾਵ ਹੌਲੀ ਹੌਲੀ ਕਰਕੇ ਸਾਰੀ ਚਿੱਟੀ ਹੋ ਜਾਣੀ ਆ। ਇਹ ਦਰਿਆ ਦਾ ਕਿਨਾਰਾ ਹੈ, ਇਹ ਪ੍ਰਕਿਰਤੀ ਚ ਹੈ, ਇਹ ਹਰ ਚੀਜ਼ ਦੀ ਮਨਿਆਦ ਆ। ਉਹ ਮਨਿਆਦ ਖਤਮ ਹੋ ਜਾਣੀ ਆ, ਔਰ ਖਤਮ ਨਹੀਂ ਹੋ ਜਾਣੀ, ਹੋ ਰਹੀ ਆ। ਡੇਟ ਆਫ ਐਕਸਪਾਇਰੀ ਲਾਗੇ ਆ ਰਹੀ ਹੈ। ਫਿਰ ਅਗਲੀ ਤੁੱਕ ਕੀ ਬੋਲੀ ਨੇ ਸਾਹਿਬ? ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ। ਕਹਿੰਦੇ ਪਾਣੀ ਕੱਚੇ ਭਾਂਡੇ ਚ ਕਿੰਨੀ ਦੇਰ ਤੱਕ ਰੱਖ ਸਕਦੇ ਆ ਭਾਈ? ਭਾਂਡੇ ਨੇ ਖੁਰ ਜਾਣਾ, ਖੁਰ ਰਿਹਾ ਉਹ। ਆਹੋ, ਕਹਿੰਦੇ ਕੱਚੇ ਭਾਂਡੇ ਚ ਜਦੋਂ ਪਾਣੀ ਪਾਓਗੇ ਤੇ ਪਾਉਂਦੇ ਖੁਰਦਾ ਜਾ ਰਿਹਾ। ਕਿਉਂਕਿ ਮਤਲਬ ਇਹ ਨਹੀਂ ਹੈਗੀ, ਮਤਲਬ ਕਹਿਣ ਤੋਂ ਭਾਵੇਂ ਕਹਿੰਦੇ ਕਿ ਤੇਰਾ ਜਿਹੜਾ ਹੋਮਵਰਕ ਹੈ ਉਹ ਕਰਨਾ ਬੜਾ ਜ਼ਰੂਰੀ ਹੈ, ਤੇਰੇ ਕੋਲ ਟਾਈਮ ਬਹੁਤਾ ਨਹੀਂ ਹੈਗਾ। ਹਾਂਜੀ ਨਜਾ ਸਾਹਿਬ ਅੱਗੇ ਫਿਰ ਫਰੀਦ ਜੀ ਕਹਿੰਦੇ ਆ ਕਿ ਬਸ ਟਾਈਮ ਆ ਗਿਆ ਭਾਈ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ ਲਾਲੇ ਦੀ ਸਿਹਾਰੀ ਆ। ਕਹਿੰਦੇ ਮਹਿਲ ਮਾੜੀਆਂ ਜਿਹੜੇ ਘਰ ਘਾਟ ਜਿਹੜੇ ਹੈਗੇ ਉੱਚੇ ਉੱਚੇ ਬਣਾਏ ਹੋਏ ਵੱਡੇ ਵੱਡੇ ਤੇਰੇ ਜਿਹੜੇ ਹੈਗੇ ਮਹਿਲ, ਇਹ ਸਾਰੇ ਦੇ ਸਾਰੇ ਰਹਿ ਗਏ। ਕਹਿੰਦੇ ਬਸ, ਕਹਿੰਦੇ ਇੱਥੇ ਇਹਦੇ 'ਚ ਨਹੀਂ ਰਹਿ ਸਕਦਾ ਤੂੰ। ਅਗਲੇ ਕਹਿੰਦੇ ਆ ਬਈ ਹੁਣ ਕਹਿੰਦੇ ਸੂਰਜ ਛੁਪਣ ਤੋਂ ਪਹਿਲਾਂ ਸੰਸਕਾਰ ਕਰੋ ਇਹਦਾ ਭਾਈ, ਇਹਦਾ ਅਪਸ਼ਗਨ ਹੋ ਜਾਏਗਾ। ਕੱਲ੍ਹ ਤੱਕ ਨਹੀਂ ਵੇਟ ਕਰ ਸਕਦੇ ਅਸੀਂ, ਰਿਸ਼ਤੇਦਾਰਾਂ ਨੇ ਆਉਣਾ ਹੈ ਠੀਕ ਹੈ, ਨਹੀਂ ਤਾਂ ਵੀਡੀਓ ਕਰਾ ਦਿਓ ਉਹਨਾਂ ਨੂੰ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ ਕਹਿੰਦੇ ਧਰਤੀ ਦੇ ਥੱਲੇ, ਜਿਹੜੇ ਕਬਰ ਦੇ ਵਿੱਚ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ। ਕਹਿੰਦੇ ਕਬਰਾਂ ਖਾਲੀ ਪਈਆਂ ਸੀ ਭਾਈ, ਹੁਣ ਜਾਓ ਉੱਥੇ ਜਾ ਕੇ ਉਹਨਾਂ ਦੇ ਵਿੱਚ ਦੱਬ ਦਿਓ ਉਹਨੂੰ। ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ। ਉਹ ਸੇਖਾ, ਉਹ ਫਰੀਦਾ ਦੇਖ, ਆਖੀ ਬੰਦਗੀ ਕਰੀ, ਚੱਲਣ ਅੱਜ ਤੇ ਕੱਲ ਜਿਹੜਾ ਹੈਗਾ ਚੱਲਣ ਹੋ ਜਾਣਾ ਹੈ ਤੇਰਾ। ਇੱਥੋਂ ਜਿਹੜਾ ਹੈਗਾ ਤੇਰਾ ਟਾਈਮ ਆਊਟ ਹੋ ਜਾਣਾ ਹੈ। ਇਸ ਕਰਕੇ ਆਖੀ ਬੰਦਗੀ ਬੋਲ, ਬੰਦਗੀ ਕਰ। ਉਹ ਸ਼ੇਖਾਂ ਮੇਰੇ ਮਨਾ, ਆਖੀ ਸ਼ੇਖਾਂ ਬੰਦਗੀ ਚੱਲਣ ਅੱਜ ਕੇ ਕੱਲ। ਬਸ ਹਾਂਜੀ ਵੀਰ ਜੀ, ਠੀਕ ਹੈ ਜੀ। ਕਹਿੰਦੇ ਆ ਕਿ ਜਾਣਾ ਪੈਣਾ ਭਾਈ। ਹਾਂ, ਤੇਰਾ ਸਰੀਰ ਟਿਕਾਣਾ ਤੇ ਉੱਥੇ ਹੀ ਹੈ। ਤੁਸੀਂ ਵੇਖ ਲਓ, ਤੁਹਾਡੇ ਸਰੀਰ ਨੂੰ ਸਾੜ ਦੇਣਾ ਇਹਨਾਂ ਨੇ, ਚੱਕ ਕੇ ਲੈ ਜਾਣਾ। ਬਿਲਕੁਲ ਨਹੀਂ ਕਹਿਣਾ ਮੈਂ ਇੱਥੇ ਰਹਿਣਾ। ਜਮਦੂਤ ਆਉਣਾ, ਕਹਿੰਦਾ ਕੱਢ ਕੇ ਲੈ ਜਾਂਦਾ ਹੈ ਸਰੀਰ ਅਜੀਬ ਨੂੰ। ਜਮਦੂਤ ਨਹੀਂ ਆਉਂਦਾ, ਉਦਾਂ ਹੀ ਚੱਲ ਜਾਂਦੇ ਵਿਚਾਰੇ, ਆਪੇ ਚੱਲ ਜਾਂਦੇ। ਜਿੱਦਾਂ ਪਕਾਨਾ ਛੱਡ ਕੇ ਆਪਣੇ ਆਪ ਨੀ ਹਵਾ ਝੁੱਟ ਜਾਂਦਾ। ਨੰਜਲ ਸਾਹਿਬ ਉਹ ਸਰੀਰ ਦੇ ਛੱਡਣ ਦੀ ਦੇ ਰਿਹਾ, ਉਹਨੇ ਗਰਭ ਮੰਡਲ ਨੇ ਖਿੱਚ ਕੇ ਲੈ ਜਾਣਾ ਇਹਨੂੰ। ਸੋ ਇੱਥੇ ਇਹੋ ਕਹਿਣਾ ਚਾਹੁੰਦੇ ਨੇ ਕਿ ਬਈ ਤੁਸੀਂ ਆਪਣੇ ਜੀਵਨ ਤੇ ਨਜ਼ਰ ਮਾਰੋ। ਤੇਰੇ ਜੀਵਨ ਦਾ ਮਕਸਦ ਕੀ ਹੈ? ਤੇਰੇ ਜ਼ਿੰਦਗੀ ਦਾ ਆਊਟਪੁੱਟ ਕੀ ਹੈ? ਤੂੰ ਜਾ ਕੇ ਇਹਦੇ ਰਸਤੇ ਰਿਹਾ, ਤੂੰ ਦੇਖ, ਜਰਾ ਨਜ਼ਰ ਕਰ ਔਰ ਇਹ ਦੇਖ ਕਿ ਪਹਿਲਾਂ ਕੀ ਲੱਭਿਆ ਤੇ ਅੱਗੇ ਜਾ ਕੇ ਵੀ ਜਿੱਦਾਂ ਤੁਰਿਆ ਜਾਂਦੇ ਉੱਥੇ ਕੀ ਲੱਭ ਜਾਣਾ। ਇਹੋ ਕੁਝ ਮਿਲਣਾ ਹੈ, ਵੱਖਰੀ ਚੀਜ਼ ਤੇ ਨਹੀਂ ਹੋਣੀ। ਤੇ ਇਸ ਕਰਕੇ ਸਾਨੂੰ ਸੁਚੇਤ ਕਰਨਾ ਚਾਹੁੰਦੇ ਨੇ, ਹੋਰ ਕੀ। ਸਾਨੂੰ ਕੁਛ ਵੀ ਨਹੀਂ ਕਹਿਣਾ ਚਾਹੁੰਦੇ। ਜੇ ਮਰਨਾ ਤੇ ਮਰਨਾ ਹੀ ਆ, ਪਰ ਯਾਦ ਨਹੀਂ ਕਿਸੇ ਨੂੰ ਹੈਗਾ, ਇਹ ਗਰੰਟੀ ਆ। ਤੁਸੀਂ ਕਿਸੇ ਬੰਦੇ ਨੂੰ ਮਰਦੇ ਨੂੰ ਪੁੱਛੋ ਕਿ ਤੂੰ ਮਰ ਜਾਣਾ, ਉਹ ਕਹਿੰਦਾ ਹਜੇ ਨਹੀਂ, ਮੈਂ ਡਾਕਟਰ ਲਿਆਂਦੇ ਆ, ਸ਼ਾਇਦ ਕੰਮ ਚੱਲ ਜਾਏਗਾ। ਉਦੋਂ ਉਹਨੂੰ ਮੌਤ ਦਿਖਦੀ ਹੈ, ਥੋੜਾ ਜਿਹਾ ਠੀਕ ਹੋ ਜਾਂਦਾ, ਫਿਰ ਮੌਤ ਭੁੱਲ ਜਾਂਦਾ। ਉਹਨੂੰ ਕਿਤੇ 2-4 ਮਹੀਨੇ ਐਕਸਟਰਾ ਮਿਲ ਜਾਣ ਤੇ ਉਹ ਕਹਿੰਦਾ ਕਿਹੜੀ ਮੌਤ, ਕਿਹੜਾ ਡਾਕਟਰ, ਮੈਂ ਠੀਕ ਹਾਂ ਹੁਣ। ਏਦਾਂ ਦਾ ਹੀ ਇਨਸਾਨ ਫਿਰ ਜ਼ਿਆਦਾ ਧਿਆਨ ਨਹੀਂ ਦਿੰਦਾ। ਤੇ ਫਿਰ ਕਹਿੰਦੇ ਆ ਕਿ ਤੂੰ ਏਦਾਂ ਨਾ ਕਰ ਕਿ ਬਈ ਮਹਿਲਾਂ ਮਾੜੀਆਂ ਦੇ ਵਿੱਚ ਹੀ ਆਪਣਾ ਸਾਰਾ ਸਮਾਂ ਬਰਬਾਦ ਕਰ ਦੇ। ਕੁਛ ਸਮਾਂ ਤੂੰ ਏਦਾਂ ਦਾ ਕੱਢ, ਆਪਣੇ ਨਾਲ ਆਸਣ ਲਾ, ਥੋੜੀ ਆਪਣੇ ਅੰਦਰ, ਆਪਣੇ ਅੰਤਰਾਂ ਦੀ ਖੋਜ ਕਰ ਕਿ ਤੇਰੇ ਅੰਦਰ ਹੈ ਕੀ ਹੈ। ਬਾਰ-ਬਾਰ ਬਾਣੀ ਕਹਿੰਦੀ ਹੈ ਅੰਦਰ ਜਾਣਾ ਹੈ, ਅੰਦਰ ਜਾਣਾ ਹੈ, ਸਰੀਰ ਦੇ ਵਿੱਚ ਕਾਇਆ 'ਚ ਲੱਭਣਾ ਹੈ। ਕੀ ਹੈ ਕਾਇਆ? ਇਹ ਮੇਰੇ ਅੰਦਰ ਕੀ ਹੈ ਵਿਚਾਰ ਮੰਡਲ। ਵੈਸੇ ਵੀ 95% ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਮੇਰੇ ਅੰਦਰ ਵਿਚਾਰ ਮੰਡਲ ਹੈ ਜਿਹੜਾ ਮੇਰਾ ਜੀਵਨ ਕੰਟਰੋਲ ਕਰਦੇ। ਉਹ ਬਸ ਉਹ ਜੋ ਅੰਦਰੋਂ ਆਵਾਜ਼ ਆਈ ਜਾਂਦੀ ਉਹ ਕਰੀ ਜਾਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ।
5% ਲੋਕ ਏਦਾਂ ਦੇ ਹੈਗੇ ਨੇ ਜਿਹੜੇ ਬ੍ਰਹਿਮੰਡ ਚ, ਜਿਹੜੇ ਥੋੜਾ ਜਿਹਾ ਸੋਚ ਰੱਖਦੇ, ਉਹਨਾਂ ਨੂੰ ਪਤਾ ਕਿ ਅੰਦਰ ਮੇਰੇ ਅੰਦਰ ਵਿਚਾਰ ਮੰਡਲ ਆ, ਔਰ ਚੰਗੇ ਵਿਚਾਰ ਵੀ ਹੈਗੇ ਤੇ ਮਾੜੇ ਵੀ ਹੈਗੇ ਆ, ਔਰ ਉਹਨਾਂ ਨੂੰ ਆਪਾਂ ਚੇਂਜ ਕਰ ਸਕਦੇ ਹਾਂ। ਐਕਸ਼ਨ ਤੇ ਹਜੇ ਦੇਖੋ ਮੈਗਜ਼ੀਨ ਦੇ ਵਿੱਚ ਗੋਲੀ ਹੈ, ਹਜੇ ਘੋੜਾ ਨਹੀਂ ਨੱਪਿਆ, ਅੰਦਰ ਆ। ਏਦਾਂ ਹੀ ਵਿਚਾਰ ਨੇ, ਤੇ ਜਦੋਂ ਕਰਮ ਕਰ ਦੋ ਕਿਤੇ ਘੋੜਾ ਨੱਪਿਆ ਗਿਆ। ਜੱਜਾ ਸਾਹਿਬ ਬਿਲਕੁਲ, ਫਿਰ ਗੋਲੀ ਬਾਹਰ ਆ ਜਾਣੀ ਹੈ ਚੈਂਬਰ ਚੋਂ, ਫਿਰ ਨਹੀਂ ਤੁਸੀਂ ਕੁਝ ਕਰ ਸਕਦੇ। ਤੀਰ ਛੱਡਿਆ ਗਿਆ, ਆਉ ਗਿਆ। ਇਹ ਕਰਮ ਨੇ, ਕਰਮ ਰੂਪੀ ਤੀਰ ਤੁਸੀਂ ਛੱਡੀ ਜਾਓ। ਤੁਹਾਨੂੰ 24 ਘੰਟੇ ਮਿਲਦੇ ਆ, 24 ਘੰਟੇ ਜਿੰਨੇ ਮਰਜੀ ਤੀਰ ਛੱਡ ਲਓ। ਨਜ਼ਰ ਸਾਹਿਬ ਬਿਲਕੁਲ, ਉਹ ਕਹਿੰਦੇ ਛੱਡੀ ਜਾ, ਤੀਰ ਮਾਰੀ ਜਾ, ਪਰ ਕਹਿੰਦੇ ਮੈਂ ਆਪਣੇ ਆਪ ਨੂੰ ਸਵਾਰ ਲਈ। ਸਵਾਰ ਲਈ ਮਤਲਬ ਤੀਰ ਨਾ ਛੱਡ, ਏਦਾਂ ਦੇ ਤੀਰ ਨਾ ਛੱਡੀ, ਜ਼ਿਆਦਾ ਤੀਰ ਨਾ ਛੱਡ ਹੈ ਜੇ ਉਲਟੇ ਪੁਲਟੇ, ਮੁੜ ਕੇ ਤੈਨੂੰ ਪ੍ਰੋਬਲਮ ਹੋ ਜਾਣੀ। ਪਰ ਬੰਦਾ ਕਿਤੇ ਸੋਚਦਾ। ਅੱਜ ਮੈਂ ਵੇਖਿਆ ਵਾ, ਕੱਲ ਵੀ ਇੰਟਰਵਿਊ ਚ ਵਿਚਾਰੇ MLA ਕਾਫੀ ਹਾਰੇ ਹੋਏ, ਉਹਨਾਂ ਦੇ ਸਿਕਿਉਰਿਟੀ ਗਾਰਡ ਗੁੜ ਖੋਲੇ ਨਾ ਅਗਲਿਆਂ ਨੇ। ਕਾਰ ਲੈ ਗਏ ਅਗਲੇ, ਕਾਰ ਵੀ ਲੈ ਗਏ, ਕਹਿੰਦੇ ਗੱਡੀ ਦੇ ਦਿਓ। ਉਹ ਕੋਠੀ ਕੀ ਕਹਿੰਦੇ ਖਾਲੀ ਕਰੋ, ਬਾਡੀਗਾਰਡ ਵੀ ਸਭ ਗਏ। ਪਰ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਨਜ਼ਰ ਸਾਹਿਬ, ਬਿਲਕੁਲ ਉਦੋਂ ਨਹੀਂ ਪਤਾ ਸ਼ਕਤੀ ਇੰਨੀ ਪਾਵਰਫੁਲ ਹੁੰਦੀ। ਉਹ ਸੋਚਦੇ ਕਿ ਪੱਕਾ ਭਾਈ ਇਹ ਨੌਕਰੀ ਇੱਥੇ, ਉਹ ਸਮਝਦੇ ਕਿ ਜੌਬ ਸਾਡੀ ਬੜਾ ਪੱਕਾ, ਕੁਰਸੀ ਕਰਸੀ ਸਾਰਾ ਕੁਝ ਏਦਾਂ ਰਹੇਗਾ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਚੀਜ਼ ਸੀ। ਉਹਨਾਂ ਸੁਪਨੇ 'ਚ ਨਹੀਂ ਸੋਚਿਆ ਸੀ, ਪਰ ਹੁਣ ਸੋਚਣ ਦੇ ਆ। ਪਰ ਹੁਣ ਕੀ ਹੋਣਾ, ਹੁਣ ਤੇ ਹੋਣਾ ਜੋ ਹੋ ਗਿਆ। ਸੋ ਇਸੇ ਤਰ੍ਹਾਂ ਜੀਵਨ ਹੈ, ਔਰ ਇਨਸਾਨ ਬਾਅਦ ਚ ਸੋਚਦਾ ਜ਼ਰੂਰ ਹੈ। ਵੈਸੇ ਜਦੋਂ ਤੁਸੀਂ ਸੰਸਾਰ ਤੋਂ ਜਾਓਗੇ ਨਾ, ਇੱਕ ਗੱਲ ਮੇਰੀ ਯਾਦ ਰੱਖਣਾ, ਤੁਹਾਡੀ ਅੱਖਾਂ ਤੇ ਗੜੀ ਫਿਲਮ ਘੁੰਮਣੀ ਹੈ। ਕੋਈ ਮੂਰਖਾ ਮਨਾ, ਉਹ ਕਿਤੇ ਗੱਲਾਂ ਹੀ ਕਰ ਛੱਡੀਆਂ, ਸਵਾਦ ਹੀ ਪੁੱਛ ਛੱਡੇ, ਰੇਟ ਪੁੱਛ ਛੱਡੇ, ਖਰੀਦੀ ਕਿਉਂ ਨਹੀਂ ਚੀਜ਼। ਇਹ ਤੁਹਾਡੇ ਕੋਲ ਪੱਕਾ ਤੁਹਾਡੇ ਚਿੱਤ ਚ ਸਵਾਲ ਆਉਣਾ ਹੈ। ਮੇਰੀ ਗੱਲ ਯਾਦ ਰੱਖ ਲੈਣਾ, ਇਹ ਸਵਾਲ ਆਵੇ ਤੇ ਫਿਰ ਸਾਡੇ ਚਿਹਰੇ ਤੇ ਖੁਸ਼ੀ ਹੋਵੇ ਕਿ ਮੈਂ ਉਹ ਵਸਤੂ ਖਰੀਦ ਲਈ ਹੈ। ਭਈ ਹੁਣ ਕੋਈ ਪ੍ਰੋਬਲਮ ਨਹੀਂ ਹੈ। ਉਹ ਜਿੱਦਾਂ ਕੋਈ ਕਹਿੰਦਾ ਨਹੀਂ, ਉਹ ਵੀ ਚੀਜ਼ ਮਹਿੰਗੀ ਹੋ ਜਾਣੀ ਜੇ ਉਹ ਖਰੀਦ ਲਓ, ਸਟੋਰ ਕਰ ਲਓ। ਤੇ ਜਿਨ੍ਹਾਂ ਨੇ ਗਦਾਮ ਭਰਿਆ ਹੁੰਦਾ, ਜਿਨ੍ਹਾਂ ਕੋਲ ਕਣਕ ਪਈ ਹੁੰਦੀ, ਉਹ ਕਿਉਂ ਡਰਦੇ ਆ? ਉਹ ਕਹਿੰਦੇ ਜਿੰਨਾ ਮਰਜ਼ੀ ਮਹਿੰਗੀ ਹੋ ਜਾਏ, ਸਾਡੇ ਕੋਲ ਹੈਗੀ ਆ, ਭੜੋਲੇ ਚ ਪਈ ਹੋਈ ਹੈ, 7-8 ਬੋਰੀਆਂ ਰੱਖੀਆਂ ਹੋਈਆਂ ਨੇ, ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਸਗੋਂ ਇੱਕ ਅੱਧੀ ਬੋਰੀ ਵੱਧ ਰੱਖੀ ਹੋਈ ਹੈ। ਤੇ ਡਰਨਾ ਕਿਹਨੂੰ ਪੈਣਾ ਹੈ? ਜਿੰਨੇ ਸਟੋਰ ਨਹੀਂ ਕੀਤੀ। ਇਹ ਨਾਮ ਆ, ਇਹ ਨਾਮ ਅੰਮ੍ਰਿਤ ਨੂੰ ਤੁਸੀਂ ਅੰਦਰ ਉਹਨੂੰ ਇਕੱਠਾ ਕਰਨਾ ਹੈ। ਔਰ ਉਹ ਨਹੀਂ ਆ ਕਿ ਤੁਸੀਂ ਬਾਜ ਭਰ ਲਿਆਂਦੀ ਇੱਕ ਮਿੰਟ ਚ। ਏਦਾਂ ਦੀ ਗੇਮ ਨਹੀਂ ਹੈਗੀ ਨਿੱਜਰ ਸਾਹਿਬ, ਸਲੋ ਪ੍ਰੋਸੈਸ ਹੈ। ਤੇ ਫਿਰ ਇਸ ਕਰਕੇ ਹੌਲੀ ਹੌਲੀ ਤੁਰੇ ਜੇਗੇ ਤੇ ਸਮਾਨ ਇਕੱਠਾ ਹੋ ਜਾਊਗਾ। ਜਦੋਂ ਇਕੱਠਾ ਹੋ ਜਾਊਗਾ ਫਿਰ ਕੋਈ ਟੈਨਸ਼ਨ ਨਹੀਂ। ਉਹ ਫਿਰ ਕਬੀਰ ਜੀ ਸਾਹਿਬ ਕਲੇਮ ਕਰ ਦਿੰਦੇ ਨੇ ਅਗਲੇ, ਐਸੀ ਮਰਨੀ ਬਹੁਤ ਨਾ ਮਰਨਾ ਹੋਵੇ, ਏਦਾਂ ਦਾ ਮਰ ਜਾਓ। ਜਿਨ੍ਹਾਂ ਨੇ ਜਿੰਦੇ ਜੀ ਚੀਜ਼ਾਂ ਛੱਡਤੀਆਂ ਨੇ। ਹਾਂਜੀ ਸੌਰੀ, ਜਦੋਂ ਆਪਾਂ ਉਹ ਕਰ ਦਿੰਦੇ ਆ, ਜੌਬ ਕੰਪਲੀਟ ਹੋ ਗਈ ਆ, ਬਸ ਓਕੇ ਰਿਪੋਰਟ ਹੈ। ਹਾਂਜੀ ਨਿੱਜਰ ਸਾਹਿਬ। ਅੱਗੇ ਨਵਾਬ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਇੱਕ ਮਿੰਟ। ਇੱਕ ਤਾਂ ਬਹੁਤ ਅੱਛੇ ਵਿਚਾਰ ਚੱਲ ਰਹੇ ਆ, ਤਾਂ ਮੈਂ ਵੰਡਰ ਕਰ ਰਿਹਾ ਸੀ, ਸਾਡੇ 5ਵੇਂ ਪਾਤਸ਼ਾਹੀ ਨੇ ਸ਼ੇਖ ਫਰੀਦ ਦੀ ਜਿਹੜੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਟਵਰਡਸ ਐਂਡ, ਕਿਉਂਕਿ ਇਹ ਜਿਹੜੀ ਸ਼ੇਖ ਫਰੀਦ ਨੇ ਜੋ ਗੱਲਾਂ ਕੀਤੀਆਂ ਲਾਈਫ ਦੀਆਂ, ਉਹ ਇੱਕ ਸਟਾਰਕ ਸੱਚਾਈ ਹੈ। ਬਿਲਕੁਲ, ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਨਹੀਂ ਸੁਣਦੇ, ਪਰ ਸ਼ੇਖ ਫਰੀਦ ਨੂੰ ਕਿਉਂਕਿ ਉਹ ਭੋਗ ਪੈਣੇ ਵਾਲਾ ਹੁੰਦਾ, ਉਹ ਜ਼ਰੂਰ ਸੁਣਦੇ ਆ, ਪਰ ਅਸੀਂ ਸੁਣ ਕੇ ਹੀ ਇਹਨੂੰ ਛੱਡ ਦਿੰਦੇ ਆ। ਤਾਂ ਜਿਹੜੀ ਆਪਾਂ ਥਿਓਰੀ ਡਿਸਕਸ ਕਰ ਰਹੇ ਹਾਂ ਗੋਰਕੇ ਸਾਹਿਬ, ਕਿ ਇੱਕ ਤਾਂ ਹਰੇਕ ਚੀਜ਼ ਇੱਥੇ ਟੈਂਪਰੇਰੀ ਆ, ਅਸੀਂ ਇਹਨੂੰ ਸਮਝਦੇ ਨਹੀਂ ਆ। ਜਿਵੇਂ ਕਿਹਾ ਕਿ ਦਰਖਤ ਵੀ ਉਹਦੇ ਰਿਵਰ ਦੇ ਕੰਢੇ ਖੜਾ, ਉਹ ਵੀ ਟੈਂਪਰੇਰੀ ਹੈ, ਇਸ ਦਿਨ ਉਹ ਵੀ ਨਿਕਲ ਜਾਣਾ। ਇਸ ਦਾ ਦਰਖਤ ਵੀ ਨਹੀਂ ਹੈ। ਸਾਡੀ ਬੋਡੀ 'ਚ ਤਾਂ ਇਲੈਕਟ੍ਰੋਨ, ਪ੍ਰੋਟੋਨ ਜੋ ਵੀ ਹੈ, ਨਿਊਟਰਨ, ਉਹ ਹਰ ਵੇਲੇ ਚੇਂਜ ਹੁੰਦੇ ਰਹਿੰਦੇ ਆ। ਤੇ ਜਿਹੜਾ ਸਾਡਾ ਮਾਈਂਡ ਹੈ, ਮਾਈਂਡ ਜਦੋਂ ਅਸੀਂ ਮੇਰੇ ਖਿਆਲ ਹਿਊਮਨ ਫਾਰਮ 'ਚ ਆਏ ਹਾਂ, ਸਾਨੂੰ ਪ੍ਰਮਾਤਮਾ ਪਿਓਰ ਮਾਈਂਡ ਦਿੰਦਾ, ਸ਼ੀਸ਼ੇ ਵਾਂਗੂ ਸਾਫ਼। ਉਹ ਮਾਈਂਡ ਹੀ ਅਸੀਂ ਧੁੰਦਲਾ ਕਰ ਲੈਂਦੇ ਹਾਂ ਓਵਰ ਦਾ ਲਾਈਫ, ਔਰ ਇਹੀ ਸਾਡੇ ਕਰਮਾਂ ਬਣ ਜਾਂਦਾ। ਇਹ ਜਿਹੜੇ ਕਰਮ ਹੈ, ਕਰਮ ਜਿਵੇਂ ਤੁਸੀਂ ਗੁਰਬਾਣੀ 'ਚ ਸਮਝਾਇਆ ਕਿ ਇੱਕ ਤਾਂ ਹੈਗੀ ਹੈ ਕਿ ਆਹ ਚੀਜ਼ ਮੈਨੂੰ ਚਾਹੀਦੀ ਹੈ ਕ੍ਰੇਵਿੰਗ। ਸਾਨੂੰ ਬੇਸਿਕ ਚੀਜ਼ਾਂ ਤਾਂ ਚਾਹੀਦੀਆਂ, ਬਿਲਕੁਲ ਚਾਹੀਦੀਆਂ, ਬਟ ਉਹ ਤੋਂ ਬਿਯੋਂਡ ਜਿਹੜੀ ਕ੍ਰੇਵਿੰਗ ਹੈ, ਉਹ ਸਾਡੇ ਕਰਮ ਬਣਦੇ ਆ।
ਇੱਕ ਕ੍ਰੇਵਿੰਗ ਹੈ, ਇੱਕ ਦੂਸਰੀ ਆ ਚੀਜ਼ ਮੈਨੂੰ ਨਹੀਂ ਚਾਹੀਦੀ, ਇਹ ਚੰਗੀ ਨਹੀਂ ਲੱਗਦੀ, ਉਹ ਵੀ ਮੇਰੇ ਚੰਗੇ ਮਾੜੇ ਕਰਮ ਦੋਨੋਂ ਹੀ ਬਣ ਜਾਂਦੇ ਆ। ਬਿਲਕੁਲ। ਇਹ ਜਿਹੜੇ ਕਰਮ ਹੈ ਇਹ ਸਾਡੇ ਵਿਚਾਰ ਨੇ। ਇਹ ਵਿਚਾਰਾਂ ਨੂੰ ਆਪਾਂ ਜਦੋਂ ਕਰਦੇ ਆ, ਇੰਟਰਨਲਾਈਜ਼ ਹੁੰਦੇ ਆ, ਅੰਦਰ ਮੈਡੀਟੇਟ ਕਰਦੇ ਆ ਜਾਂ ਸਿਮਰਨ ਕਰਦੇ ਆ, ਹੌਲੀ 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 ਇਹ ਵਿਚਾਰ ਜਦੋਂ ਸਾਡਾ ਮਾਈਂਡ ਕੌਨਸੈਂਟਰੇਟ ਹੋ ਜਾਂਦਾ ਔਰ ਉਹ ਵਿਚਾਰਾਂ ਤੋਂ ਮੁਕਤ ਹੋ ਜਾਂਦਾ, ਚਲੋ ਉਹਨੂੰ ਸਮਾਧੀ ਕਹਿ ਲੈਂਦੇ ਆ, ਉਸ ਵੇਲੇ ਜਿਹੜੀ ਪਰਮਾਤਮਾ ਦੀ ਜਿਹੜੀ ਅਵੇਅਰਨੈਸ ਹੈ ਔਰ ਸਾਡੀ ਜਿਹੜੀ ਇੰਡੀਵਿਜੂਅਲ ਅਵੇਅਰਨੈਸ ਹੈ ਇੱਕ ਹੋ ਜਾਂਦੀ ਆ। ਜਦੋਂ ਇੱਕ ਹੋ ਜਾਂਦੀ ਹੈ ਫਿਰ ਸਾਨੂੰ ਸਭ ਕੁਝ ਪੂਰਾ ਸਮਝ ਆਉਂਦਾ। ਇਹੀ ਮੇਰੇ ਖਿਆਲ ਨਾਲ ਸਾਡਾ ਲਾਈਫ ਦਾ ਏਮ ਹੈ। ਪਰ ਇਹਨੂੰ ਅਸੀਂ ਇੰਟੈਲੈਕਚੁਅਲ ਡਿਸਕਸ਼ਨ ਤਾਂ ਬਹੁਤ ਕਰਦੇ ਆ, ਪਰ ਜਦੋਂ ਤੁਸੀਂ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦੋ ਤਾਂ ਜਿਨ੍ਹਾਂ ਨੇ ਕੀਤਾ ਆਈ ਐਮ ਸ਼ੋਰ ਉਹ ਰਿਅਲਾਈਜ਼ ਕਰ ਰਹੇ ਆ ਕਿ ਬਸ ਇੱਕ ਵਾਰੀ ਇਸ ਪਾਥ ਤੇ ਚੱਲ ਪਾਓ ਫਿਰ ਤੁਸੀਂ ਚੱਲਦੇ ਜਾਣਾ, ਫਿਰ ਰੁਕਣਾ ਨਹੀਂ ਹੈ ਕਿਤੇ। ਬਿਲਕੁਲ। ਸੌਰੀ ਮੈਂ ਤੁਹਾਡਾ ਟਾਈਮ ਲਿਆ ਥੋੜਾ। ਨਹੀਂ, ਬਹੁਤ ਵਧੀਆ, ਬਿਲਕੁਲ ਸਹੀ ਹੈ ਜੀ, ਬਿਲਕੁਲ ਤੁਹਾਡੀ ਗੱਲ ਦੇ ਵਿੱਚ ਕਿਸੇ ਪਾਸਿਓਂ ਵੀ ਕੁਝ ਵੀ ਉਹ ਨਹੀਂ ਹੈਗਾ, ਬਿਲਕੁਲ ਸਹੀ ਗੱਲ, ਸਹੀ ਹੈ ਜੀ। ਮਨਵੀਰ ਜੀ ਤੁਹਾਡਾ ਮਾਈਕ ਆਨ ਹੋ ਗਿਆ। ਮਨਵੀਰ, ਹਾਂਜੀ ਹਾਂਜੀ, ਬਹੁਤ ਵਧੀਆ ਸਰ, ਤੁਸੀਂ ਆਪਣੇ ਬਹੁਤ ਵਧੀਆ ਵਿਚਾਰ ਰੱਖੇ ਸਰ। ਸਾਡੀ ਹੋਂਦ ਹੀ ਸਾਡੀ ਜ਼ਿੰਦਗੀ 'ਚ ਇੱਕ ਪ੍ਰੋਬਲਮ ਹੈ। ਜਿਹੜਾ ਬੂੰਦ ਹੈ ਨਾ ਉਹ ਆਪਣੇ ਆਪ ਨੂੰ ਅਲੱਗ ਸਮਝਦੀ ਹੈ, ਇਸ ਕਰਕੇ ਹੀ ਆਪਾਂ ਔਰ ਆਪਣੀ ਅਲੱਗ ਆਇਡੈਂਟੀਟੀ ਬਣਾ ਲੈਂਦੇ ਹਾਂ, ਆਪਣੀ ਹੋਂਦ ਬਣਾ ਲੈਂਦੇ ਹਾਂ। ਔਰ ਤੁਹਾਨੂੰ ਪਤਾ ਹੀ ਹਉਮੈ ਦਾ ਮਤਲਬ ਹੀ ਇਹੋ ਹੈ ਕਿ ਅਸੀਂ ਬ੍ਰਹਮ ਨੂੰ ਸਵੀਕਾਰ ਹੀ ਨਹੀਂ ਕਰਦੇ। ਅਸੀਂ ਕੀ ਕਰਦੇ ਹਾਂ, ਕੋਈ ਵੀ ਨਹੀਂ ਕਰਨਾ ਚਾਹੁੰਦਾ। ਇੰਨੀ ਵੱਡੀ ਸਾਇੰਸ ਵਧੀ ਹੈ, ਵੇਖੋ ਕਿੰਨੀ ਤਰੱਕੀ ਹੋ ਗਈ ਹੈ। ਤੇ ਉਹਨਾਂ ਨੂੰ ਪੁੱਛੋ ਕਿ ਰੱਬ, ਉਹ ਕਹਿੰਦੇ ਇਹ ਮੈਟਰ ਹੀ ਹੈਗਾ, ਕੋਈ ਰੱਬ ਰੁੱਬ ਨਹੀਂ ਹੈਗਾ। ਅਬ ਜਸਟ ਸੋਚੋ ਆਪਣੇ ਆਪ ਕਿੱਥੋਂ ਹੋ ਗਿਆ। ਹੱਡੀਆਂ ਦੇ ਵਿੱਚ ਜਿਹੜਾ ਉਹ ਜਿਹੜਾ ਜੋੜਦਾ, ਜਦੋਂ ਹੱਡੀ ਟੁੱਟ ਜਾਂਦੀ ਹੈ ਇਹਦੇ ਅੰਦਰ ਵੇਖੋ ਕੈਮੀਕਲ ਬੈਠਾ ਉਹਨੂੰ ਜੋੜਦਾ। ਹੁਣ ਮੈਂ ਮੈਡੀਕਲ ਲਾਈਨ 'ਚ ਗਿਆ, ਮੈਂ ਵੇਖਿਆ ਕਿ ਜਦੋਂ ਅਸੀਂ ਟਰੀਟ ਕਰਦੇ ਹਾਂ ਤੇ ਲਹੂ ਨੂੰ ਰੋਕਣ ਵਾਸਤੇ ਨਿੱਜਰ ਸਾਹਿਬ ਉਹਦੇ ਅੰਦਰ ਤੱਤ ਹੈਗਾ, ਪਲੇਟਲੈਟਸ। ਹਾਂਜੀ ਹੈਗੇ ਜੀ। ਨਹੀਂ ਤੇ ਉਹ ਨਿੱਜਰ ਸਾਹਿਬ ਉਹ ਤੇ ਰੁੜ ਜੂਗਾ ਸਾਰਾ। ਤੁਹਾਡੀ ਟਿਊਬ 'ਚ ਵੇਖੋ ਹਵਾ ਪੈਂਚਰ ਹੋ ਜਾਏ ਤੇ ਉਹ ਹਵਾ ਨਿਕਲ ਜਾਂਦੀ ਆ, ਉਹ ਜੇ ਨਹੀਂ ਰੋਕੋਗੇ ਤੇ। ਪਰ ਸਰੀਰ 'ਚ ਏਦਾਂ ਦਾ ਸਿਸਟਮ ਨਹੀਂ ਹੈ, ਨਹੀਂ ਹੈਗਾ। ਹੁਣ ਲੋਕ ਉਹ ਕਹਿੰਦੇ ਨਹੀਂ ਆਪੇ ਜਨਰੇਟ ਹੋ ਗਿਆ, ਇਹ ਸਰੀਰ ਨੇ ਆਪੇ ਬਣਾ ਲਿਆ। ਉਹ ਕਿੱਥੋਂ ਬਣਾ ਲਿਆ? ਇਹਦਾ ਬਣ ਸਕਦਾ। ਇੱਕ ਇੱਕ ਚੀਜ਼ ਜਿਹੜੀ ਤੁਹਾਡੇ ਸਰੀਰ 'ਚ ਬੜੀ ਇੰਪੋਰਟੈਂਟ ਆ, ਇਹਦੇ 'ਚ ਕੋਈ ਐਸੀ ਚੀਜ਼ ਹੈ ਨਹੀਂ ਜਿਹਦੀ ਲੋੜ ਨਹੀਂ ਹੈ। ਔਰ ਜੇ ਕੁਛ ਹੈਗੀ ਹੈ ਸਾਨੂੰ ਲੱਗਦਾ ਨਹੀਂ ਲੋੜ, ਉਹਦਾ ਕਾਰਨ ਹੈ ਕਿ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੋਊਗਾ। ਏਡੀ ਗੱਲ ਹੋ ਸਕਦੀ। ਇਹ ਬੜੀ ਬੁੱਧੀ ਦੇ ਨਾਲ, ਬੜੀ ਜ਼ਬਰਦਸਤ ਬੁੱਧੀ ਦੇ ਨਾਲ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਸਾਡੇ ਕੋਲ ਵੀ ਬੁੱਧੀ ਆ, ਪਰ ਸਾਡੇ ਕੋਲ ਥੋੜੀ ਜਿਹੀ, ਮੇਰੇ ਵਰਗੇ ਤੋਂ ਬਹੁਤ ਹੀ ਘੱਟ ਆ। ਬਟ ਕਈ ਲੋਕ ਬਹੁਤ ਸਿਆਣੇ ਨੇ, ਉਹਨਾਂ ਕੋਲ ਥੋੜੀ ਜ਼ਿਆਦਾ ਬੁੱਧੀ ਆ। ਪਰ ਇਹ ਬੜੀ ਹਾਈ ਲੈਵਲ ਦੀ ਬੁੱਧੀ ਦੇ ਨਾਲ ਪ੍ਰਕਿਰਤੀ ਨੂੰ ਰਚਿਆ ਗਿਆ। ਸੋ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ। ਇਹੋ ਹੀ ਗਿਆਨ ਆ। ਕਮ ਸੇ ਕਮ ਇਹ ਲਾਗੇ ਬੰਨੇ ਦੇਖੀਏ, ਇਹ ਪ੍ਰਕਿਰਤੀ 'ਚ ਇੰਨੀ ਖੂਬਸੂਰਤੀ ਭਰੀ ਹੋਈ ਹੈ। ਕਿੰਨੀਆਂ ਜੂਨੀਆਂ, ਕਿੱਦਾਂ ਹਵਾ ਸ਼ਵਾ, ਕਿੱਦਾਂ ਧੁੱਪ ਦੀ ਐਡਜਸਟਮੈਂਟ ਆ। ਦੇਰ ਆਰ ਸੋ ਮੈਨੀ ਥਿੰਗਸ। ਧਰਤੀ ਦੀ ਗ੍ਰੈਵਿਟੇਸ਼ਨ ਇੰਨੀ ਕੰਟਰੋਲ 'ਚ ਆ ਕਿ ਕੇਵਲ ਸਾਡੇ ਤੇ ਉਨਾ ਹੀ ਦਬਾਅ ਪੈਂਦਾ ਜਿੰਨਾ ਸਾਡਾ ਵਜਨ। ਨਿਜਰ ਸਾਹਿਬ ਕਦੇ ਨੋਟਿਸ ਕੀਤਾ ਕਿੱਡੀ ਵੱਡੀ ਗੱਲ ਹੈ? ਜਿਹੜੀ ਛੋਟੀ ਚੀਜ਼ ਦੀ ਗ੍ਰੈਵਿਟੇਸ਼ਨ ਘੱਟ ਆ ਕਿਉਂਕਿ ਛੋਟੀ ਆ, ਹੁਣ ਚੁਣਾ ਸੌਖਾ। ਤੁਰਨ ਵਾਸਤੇ ਸਾਨੂੰ ਫੈਸਿਲਿਟੀ ਦਿੱਤੀ ਆ ਕਿ ਉਹਨਾਂ ਕੀ ਵਜਨ ਆ ਪੈਂਦਾ ਵਾ ਸਾਡੇ ਤੇ, ਕਿ ਬਸ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਗ੍ਰੈਵਿਟੇਸ਼ਨ 'ਚ ਬੈਠੇ ਹਾਂ। ਬਹੁਤ ਜ਼ਬਰਦਸਤ ਡਿਜ਼ਾਈਨ। ਤੇ ਬਸ ਇਹੋ ਹੀ ਆ ਕਿ ਅਸੀਂ ਤੇ ਕਹਿੰਦੇ ਆ ਕਿ ਪ੍ਰਮਾਤਮਾ ਨੇ ਰਚਿਆ ਹੈ ਸੰਸਾਰ। ਇਹ ਕੋਈ ਅੱਖਾਂ ਬੰਦ ਕਰਕੇ ਨਹੀਂ ਪੈਦਾ ਹੋਇਆ। ਤੇ ਇਹਨੂੰ ਅਸੈਪਟ ਕਰੋ, ਫਿਰ ਤੁਸੀਂ ਅੱਗੇ ਚੱਲੋਗੇ। ਪਹਿਲਾਂ ਮੰਨੋ ਤੇ ਸਹੀ ਪ੍ਰਮਾਤਮਾ ਨੂੰ। ਮਨ ਮੰਨਦਾ ਨਹੀਂ ਨਾ, ਪੰਗਾ ਤੇ ਆ। ਮਨ ਮੰਨ ਜੇਗਾ ਤੇ ਗੱਲ ਖਤਮ ਹੋ ਗਈ। ਐਂਡ ਦਾ ਸਟੋਰੀ। ਹਾਂਜੀ ਨਜਰ ਸਾਹਿਬ ਅੱਗੇ ਚਲੀ। ਹਾਂਜੀ ਲਾਸਟ ਇਹ ਨਾ ਕੋਈ ਮਨਵੀਰ ਸਿੰਘ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਮਨਵੀਰ ਸਿੰਘ, ਚਲੋ ਮੈਂ ਅੱਗੇ ਚੱਲਦਾ ਜੀ। ਇੱਕ ਹੋਰ ਸ਼ਲੋਕ ਲੈ ਲਈਏ। ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੇ ਢਾਹਾ। ਕਹਿੰਦੇ ਹੁਣ ਤਾਂ ਅੱਗਾ ਦਿਸਣ ਲੱਗ ਪਿਆ ਭਾਈ। ਬੁੱਢਾ ਹੋ ਗਿਆ ਸ਼ੇਖ ਫਰੀਦ, ਕੰਬਣ ਲੱਗੀ ਦੇ।
ਕਹਿੰਦੇ ਮੌਤ ਦਾ ਬੰਨਾ ਦਿਸਣ ਲੱਗ ਗਿਆ, ਜਿਵੇਂ ਦਰਿਆ ਦੇ ਉੱਤੇ ਢਾਹ ਹੁੰਦਾ, ਦਰਿਆ ਜਿਹੜਾ ਢਹਿ ਰਿਹਾ ਹੈ ਭਾਈ। ਮੇਰਾ ਵੀ ਸਰੀਰ ਜਿਹੜਾ ਹੈਗਾ ਇਹ ਜੜ ਦੇ ਨਾਲ ਜਿਹੜਾ ਹੈਗਾ ਇਹ ਖਤਮ ਹੋ ਰਿਹਾ ਸਰੀਰ। ਮੈਨੂੰ ਦਿਸਣ ਲੱਗ ਗਿਆ ਵੀ ਮੈਂ ਮਰਨਾ ਹੈਗਾ, ਮੇਰੇ ਵੱਲ ਨੂੰ ਜਿਹੜਾ ਹੈਗਾ ਆ ਰਿਹਾ ਹੈ, ਮੌਤ ਕਾਲ ਆ ਰਿਹਾ ਮੇਰੇ ਵੱਲ। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸਾ ਜਿਉਂ ਦਰਿਆ ਵੇ ਢਾਹਾ, ਅੱਗੇ ਦੋਜ਼ਖ ਤਪਿਆ, ਸੁਣੀਏ ਹੂਲ ਪਵੇ ਕਾਹਾ। ਕਹਿੰਦੇ ਅੱਗੇ ਤਾਂ ਜਿਹੜਾ ਹੈਗਾ ਦੋਜ਼ਖ ਹੈਗਾ ਭਾਈ, ਔਰ ਦੋਜ਼ਖ ਤਪਿਆ ਹੋਇਆ ਆ। ਕਹਿੰਦੇ ਤਪਿਆ ਹੋਇਆ ਕੀ? ਕਹਿੰਦੇ 84 ਲੱਖ ਜੂਨਾਂ ਪਈਆਂ ਹੋਈਆਂ ਅੱਗੇ। ਕਹਿੰਦੇ ਫਰੀਦ ਜੀ ਇਹਨਾਂ ਦਾ ਹੀ ਇੱਕ ਸ਼ਬਦ ਹੈਗਾ, ਉਹਦੇ ਵਿੱਚ ਫਰੀਦ ਜੀ ਕਹਿੰਦੇ ਆ, ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਇਕੇਲਾ। ਕਹਿੰਦੇ ਪੁਰਸਲਾਤ ਜਿਹੜਾ ਮੁਸਲਮਾਨ ਆਪਾਂ ਕਹਿੰਦੇ ਨਰਕ, ਉਹ ਕਹਿੰਦੇ ਦੋਜ਼ਖ। ਤੇ ਕਬੀਰ ਜੀ ਕਹਿੰਦੇ ਕਿ ਜਿਹੜਾ ਹੈਗਾ ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਔਰ ਆਪਾਂ ਕਹਿੰਦੇ ਰਾਈ ਦੇ, ਕਬੀਰ ਜੀ ਕਹਿੰਦੇ ਰਾਈ ਦੇ 10ਵੇਂ ਹਿੱਸੇ ਤੇ ਤੇਰਾ ਮਨ ਇੰਨਾ ਹੋਣਾ ਚਾਹੀਦਾ, ਤੇਰਾ ਜਿਹੜਾ ਹੈਗਾ ਤੇਰਾ ਸਾਈਜ਼, ਤਾਂ ਤੂੰ ਰਾਈ ਦੇ 10ਵੇਂ ਹਿੱਸੇ 'ਚ ਹੋਏਗਾ, ਤਾਂ ਤੂੰ ਜਿਹੜਾ ਹੈਗਾ ਇਹ ਸੰਸਾਰ ਤੋਂ ਮੁਕਤ ਹੋ ਸਕਦਾ ਹੈ। ਜੇ ਇੰਨਾ, ਔਰ ਤੇਰਾ ਕਾਰਨਸ਼ੀਲਤਾ ਤੂੰ ਇੰਨਾ ਵਧਾਇਆ ਹੋਇਆ, ਇੰਨੇ ਸਵਾਦ, ਇੰਨਾ ਤੇਰਾ ਹਰ ਪਾਸੇ ਤੇਰਾ ਕਾਮ ਦੇ ਵਿੱਚ, ਔਰ ਲੋਭ ਦੇ ਵਿੱਚ, ਔਰ ਮੋਹ ਦੇ ਵਿੱਚ, ਔਰ ਅੱਖਾਂ ਦੇ ਰੂਪ ਦੇ ਵਿੱਚ, ਕਿਸ ਤਰ੍ਹਾਂ ਤੂੰ ਜਿਹੜਾ ਹੈਗਾ ਪੂਰੇ ਦੇ ਪੂਰੇ ਸੰਸਕਾਰ ਬਣਾਏ ਹੋਏ। ਕਹਿੰਦੇ ਇਹ ਤਾਂ ਨਿਕਲ ਨਹੀਂ ਸਕਦਾ ਭਾਈ, ਰਾਈ ਦੇ 10ਵੇਂ ਹਿੱਸੇ ਤਾਂ ਸਾਈਜ਼ ਕਰ, ਤਾਂ ਤੂੰ ਨਿਕਲ ਸਕਦਾ। ਔਰ ਫਰੀਦ ਜੀ ਵੀ ਕਹਿੰਦੇ ਆ, ਪੁਰਸਲਾਤ ਕਾ ਪੰਥ ਦੁਹੇਲਾ। ਪੁਰਸਲਾਤ ਮਤਲਬ ਜਿਹੜਾ ਹੈਗਾ ਜਿੱਥੋਂ ਦੀ ਆਖਰੀ ਜਾਣਾ ਪੈਣਾ ਹੈ ਭਾਈ, ਇਸ ਸੰਸਾਰ ਤੋਂ ਜਿਹੜਾ ਹੈਗਾ ਉਹ ਇੱਕਦਮ ਜਿਹੜਾ ਹੈਗਾ ਵਾਲੋਂ ਨਿੱਕੀ ਖੰਨਿਓ ਤਿੱਖੀ, ਉਸ ਤੇ ਖੰਡੇ ਦੀ ਧਾਰ ਦੇ ਉੱਤੋਂ ਦੀ ਲੰਘਣ ਵਾਲਾ ਹੈਗਾ ਰਸਤਾ। ਉੱਥੇ ਤਾਂ ਕਹਿੰਦੇ ਭਾਈ ਜਿਹੜਾ ਹੁਣ ਨਹੀਂ ਲੰਘਿਆ ਉਹ ਤੋਂ ਲੰਘ ਹੀ ਨਹੀਂ ਸਕਦਾ। ਜਿਹਦਾ ਕਾਰਨ ਸੀ ਹੈਗਾ ਤੇ ਉਹਨੇ ਵਾਪਸ ਡਿੱਗ ਪੈਣਾ ਹੈ ਥੱਲੇ। ਜਿਹੜਾ ਹੈਗਾ ਕਹਿੰਦੇ ਦੋਜ਼ਖ ਤਪਿਆ ਹੋਇਆ ਹੈ। ਆਹ ਦੇਖੋ ਫਰੀਦ ਜੀ ਕਹਿ ਰਹੇ ਭਾਈ, ਆਪਾਂ ਤਾਂ ਕਹਿ ਨਹੀਂ ਰਹੇ, ਬਾਣੀ ਕਹਿ ਰਹੀ ਹੈ। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆਵੇ ਢਾਹਾ, ਅੱਗੇ ਦੋਜ਼ਖ ਤਪਿਆ ਕਹਿੰਦੇ ਬਹੁਤ ਔਖਾ ਹੋਏਗਾ ਜੂਨਾਂ ਦੇ ਵਿੱਚ ਭਾਈ। ਦੇਖੋ ਤਾਂ ਸਹੀ ਨਾ, ਬਲਦ ਦੀ ਜੂਨ ਆ, ਖੋਤੇ ਦੀ ਜੂਨ ਆ, ਸੱਪ ਦੀ ਜੂਨ ਆ ਕਿੰਨੀਆਂ ਜੂਨਾਂ ਹੈ। ਕਿਸ ਤਰ੍ਹਾਂ ਜਿਹੜਾ ਇੱਕ ਦੂਸਰੇ ਨੂੰ ਖਾ ਜਾਂ ਠੱਕ ਦੇਣੀ, ਜਾ ਕੇ ਉਹਨੂੰ ਖਾ ਜਾਂਦੇ ਕੋਈ ਇੱਕ ਇੱਧਰ ਤੇ ਉੱਧਰ। ਕਿਵੇਂ ਦੀਆਂ ਜੂਨਾਂ ਪਈਆਂ, ਕਿੰਨੀ ਉਮਰ ਪਈ ਆ। ਦਰਖਤ ਦੀ ਵੀ ਜੂਨ ਹੈਗੀ ਆ। ਅੱਗੇ ਦੋਜ਼ਖ ਤਪਿਆ, ਸੁਣੀਏ ਹੂਲ ਪਵੇ ਕਹਾ। ਉੱਥੇ ਤਾਂ ਲੋਕੀ ਜਿਹੜੇ ਹੈਗੇ ਉਹਨਾਂ ਦੀਆਂ ਹੂਲ ਪੈ ਰਹੀਆਂ ਆ, ਉਹ ਸਾਰੇ ਦਿਸ ਰਹੇ ਆ ਬਈ ਕਿਵੇਂ ਜਿਹੜੇ ਹੈਗੇ ਜੂਨਾਂ ਦੇ ਵਿੱਚ ਤੜਫ ਰਹੇ ਆ ਅਗਲੇ। ਅੱਗੇ ਦੋਜ਼ਖ ਤਪਿਆ ਸੁਣੀਏ, ਅੱਗੇ ਦੋਜ਼ਖ ਤਪਿਆ ਸੁਣੀਏ ਹੂਲ ਪਵੇ ਕਹਾ। ਉੱਥੇ ਤਾਂ ਟਾਹਾਂ ਮਾਰ ਰਹੇ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹਾ। ਇੱਕ ਨਾ ਨੂੰ ਸੋਝੀ ਆ ਗਈ। ਆ ਬਾਣੀ ਦੇਖੋ ਅੱਗਾ ਦਿਖਾਤਾ। ਹੁਣ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਸੋਝੀ ਲੈਣੀ ਆ ਕਿ ਨਹੀਂ ਲੈਣੀ ਆ, ਉਹ ਆਪਣੇ ਦੇ ਉੱਤੇ ਡਿਪੈਂਡ ਕਰਦਾ ਹੈ। ਜਿਹੜੇ ਬਾਣੀ ਤੋਂ ਇਹਦਾ ਜਿਹੜਾ ਅੱਖਰਾਂ ਦਾ, ਜੇ ਬਾਣੀ ਦਾ ਜਿਹੜਾ ਹੈਗਾ ਇਹਦਾ ਬ੍ਰਹਮ ਗਿਆਨ ਦਾ ਭੈ ਖਾ ਲੈਣਗੇ ਤੇ ਬੰਦਗੀ ਨੂੰ ਆਪਣੇ ਜੀਵਨ ਦੇ ਵਿੱਚ ਲੈ ਆਉਣਗੇ, ਆਤਮਾ ਵੱਲ ਦੀ ਯਾਤਰਾ ਕਰ ਲੈਣਗੇ, ਤੇ ਸੋਝੀ ਆ ਗਈ ਸਮਝ ਲਓ। ਇੱਕ ਫਿਰਦੇ ਬੇਪਰਵਾਹ, ਇੱਕ ਜਿਹੜੇ ਹੈਗੇ ਮੇਰੇ ਵਰਗੇ ਕਹਿੰਦੇ ਆ ਬੇਪਰਵਾਹ ਹੈ, ਉਹਨਾਂ ਨੂੰ ਕੋਈ ਕੇਅਰ ਹੀ ਨਹੀਂ ਹੈਗੀ। ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਿ ਉਗਾਹਾ। ਇੱਥੇ ਆਹੀ ਆ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਇੱਥੇ ਹੀ ਆ ਭਾਈ, ਇੱਥੇ ਹੀ ਅਮਲ ਕਰ ਲਾ ਪਿਆਰਿਆ। ਇਹ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ, ਇਹ ਪਦਾਰਥਾਂ ਨੂੰ ਸਵਾਦ ਦੇ ਕਾਰਨ ਨਾ ਵਰਤ, ਇਹਨਾਂ ਨੂੰ ਆਪਣਾ ਨੀਡ ਦੇ ਅਨੁਸਾਰ ਚਲਾ, ਗਰੀਡ ਦੇ ਅਨੁਸਾਰ ਨਾ ਚੱਲ। ਅਮਲ ਕਰ ਲਾ ਪਿਆਰਿਆ, ਉਹ ਅੱਗੇ ਵੀ ਕੰਮ ਆਉਣਗੇ। ਅਮਲ ਦੁਨੀਆ 'ਚ ਹੀ ਕਰਨੇ ਆ, ਇੱਥੇ ਹੀ ਕਰਨੇ ਆ, ਅੱਗੇ ਤੇਰੇ ਇਹੀ ਅਮਲ ਕੰਮ ਆਉਣਗੇ। ਹਾਂਜੀ ਗੋਰਗੀ ਸਾਹਿਬ। ਹਾਂਜੀ ਠੀਕ ਹੈ ਜੀ, ਕੰਸੈਪਟ ਕਲੀਅਰ ਕਰ ਗਏ। ਕਹਿੰਦੇ ਦੋ ਨਦੀਆਂ ਦੇ ਕਿਨਾਰੇ ਨੇ, ਨਦੀ ਦੇ ਕਿਨਾਰੇ 'ਚ ਇੱਕ ਤੋਂ ਆਪਾਂ ਛੱਡਤਾ ਤੇ ਦੂਜੇ ਵੱਲ ਵੱਧ ਰਹੇ ਆ। ਉਹ ਕਹਿੰਦੇ ਕਿਨਾਰਾ ਦਿਖਣ ਡਿਆ ਪਿਆ। ਕਿ ਉਹ ਕਿਨਾਰਾ ਦਿਖ ਰਿਹਾ, ਪਤਾ ਲੱਗਦਾ ਕਿਨਾਰਾ ਆ ਰਿਹਾ ਲੱਗ। ਤੇ ਉਹ ਕਹਿੰਦੇ ਆ ਕਿ ਹੁਣ ਬਾਣੀ ਦੀ ਤੁਕ ਇੱਕ ਚੱਲਦੀ ਆ ਪਹਿਲਾਂ ਵੀ, ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਜਿਹਨਾਂ ਨਾਮ ਤੇ ਆਇਆ ਉਹ ਤੇ ਫਿਰ ਛੁੱਟ ਗਏ ਤੇ ਨਾਲ ਉਹਨਾਂ ਦੇ ਮੁੱਖ ਉਜਲੇ ਹੋ ਗਏ। ਉਹ ਕਹਿੰਦੇ ਕਿ ਜਿਹੜੇ
ਜਿਹੜੇ ਲੋਕ ਉਹ ਉੱਥੇ ਕਰਨਾ ਚਾਹੁੰਦੇ ਨੇ, ਗਤੀ ਕਰਨਾ ਚਾਹੁੰਦੇ ਨੇ, ਉਹ ਤੇ ਮੁਕਤ ਹੋ ਜਾਣਗੇ। ਪਰ ਜਿਨ੍ਹਾਂ ਨੇ ਕੋਸ਼ਿਸ਼ ਕਰਨੀ ਆ ਉਸ ਦਰਸ਼ਾ ਵੱਲ ਚੱਲੀ ਜਾਣਾ ਉਹਨੇ ਮੁਕਤ ਹੋਣਾ ਹੈ। ਤੇ ਜਿਹੜੇ ਬੇਪਰਵਾਹ ਸੁੱਤੇ ਨੇ, ਜਿਹੜੇ ਲੰਮੇ ਤਾਣ ਕੇ ਬੈਠੇ ਨੇ, ਜਿੰਨੇ ਟਾਈਮ ਤੇ ਡਿਊਟੀ ਤੇ ਨਹੀਂ ਜਾਣਾ, ਜਿੰਨੇ ਟਾਈਮ ਤੇ ਰੋਟੀ ਨਹੀਂ ਖਾਣੀ, ਜਿਹਨੇ ਸੌਣਾ ਨਹੀਂ ਟਾਈਮ ਤੇ, ਜਿਹਨੇ ਉੱਠਣਾ ਹੀ ਟਾਈਮ ਤੇ, ਉੱਥੇ ਬੇਪਰਵਾਹ ਬੰਦਾ। ਅਨੁਸ਼ਾਸਨ ਹੀ ਨਹੀਂ ਹੈਗਾ ਜ਼ਿੰਦਗੀ 'ਚ। ਬਸ ਓਦਾਂ ਹੀ ਡਿਸਿਪਲਿਨ ਤੋਂ ਬੰਦਾ ਜੀਵਨ ਬਤੀਤ ਕਰ ਰਿਹਾ। ਤੇ ਜੇ ਉਹ ਏਦਾਂ ਦਾ ਜੀਵਨ ਬਤੀਤ ਕਰ ਰਿਹਾ, ਰੱਬ ਦਾ ਨਾਂ ਕਿੱਥੋਂ ਲੈਣਾ ਉਹਨੇ? ਉਹੀ ਆ ਬੰਦੇ ਬੇਪਰਵਾਹ। ਤੇ ਜਿਹੜੇ ਬੇਪਰਵਾਹ ਨੇ ਫਿਰ ਉਹਨਾਂ ਲਈ ਤੇ ਕਿੰਨੇ ਚ ਵਧੀਆ ਨਹੀਂ ਆ ਬਈ, ਕਿਉਂਕਿ ਅਗਲੇ ਬੰਨੇ ਉੱਥੇ ਤੇਰੇ ਨਾਲ ਨਹੀਂ, ਤੇਰੇ ਕਿਸੇ ਨੇ ਜਾਣਾ, ਨਾ ਹੀ ਤੇਰੀ ਕਿਸੇ ਨੇ ਹੈਲਪ ਕਰਨੀ ਆ। ਉੱਥੇ ਪਰਮਾਤਮਾ ਵੀ ਨਹੀਂ ਤੇਰੀ ਹੈਲਪ ਕਰ ਸਕਦਾ। ਨਿਜਰ ਸਾਹਿਬ, ਬਿਲਕੁਲ, ਧਰਮਰਾਜ ਦਾ ਅਸੂਲ ਬਹੁਤ ਸਖਤ ਹੈਗਾ ਜੀ। ਹਾਂ, ਤੋੜ ਨਹੀਂ ਸਕਦਾ ਪਰਮਾਤਮਾ। ਨਾ 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 ਨਾ, ਉਹ ਇੱਕ ਵਾਸਤੇ ਕਿਵੇਂ ਤੋੜ ਦੇਗਾ ਜੀ? ਤੇ ਜੇ ਤਾਂ ਤੋੜੂਗਾ ਤਾਂ ਫਿਰ ਪ੍ਰਕਿਰਤੀ ਕਿੱਦਾਂ ਚੱਲੂ? ਹਾਂ, ਇਹ ਹੈਗਾ ਵਾ ਕਿ ਸਰੀਰ ਦੇ ਜਾਣ ਤੋਂ ਪਹਿਲਾਂ ਕੁਛ ਕਰ ਲਈਏ। ਕਿੱਥੇ ਜਾਈਏ? ਸਮਾਧੀ ਲੀਨ ਹੋ ਜਾਈਏ ਬਸ। ਤੇ ਬਸ ਫਿਰ ਪ੍ਰਮਾਤਮਾ ਕਹਿੰਦਾ ਫਿਰ ਤੂੰ ਆ ਗਿਆ, ਹੁਣ ਤੇ ਕੁਛ ਵੀ ਨਹੀਂ। ਮੇਰੇ ਤੱਕ ਪਹੁੰਚਣਾ ਤੇ ਮੇਨ ਹੈਗਾ ਵਾ। ਉੱਥੇ ਤੂੰ ਆ ਗਿਆ, ਉੱਥੇ ਤਾਂ ਕੋਈ ਜਾ ਨਹੀਂ ਸਕਦਾ। ਉੱਥੇ ਧਰਮਰਾਜ ਦੀ ਪਹੁੰਚ ਵੀ ਨਹੀਂ ਹੈਗੀ। ਔਰ ਜਦੋਂ ਤੁਸੀਂ ਉੱਥੇ ਚੱਲ ਗਏ, ਫਿਰ ਮਰਨ ਤੋਂ ਬਾਅਦ ਆਪਣੇ ਆਪ ਹੀ ਉੱਥੇ ਚੱਲ ਜਾਣਾ, ਕਿਉਂਕਿ ਤੁਸੀਂ ਜਿੰਦੇ ਹੀ ਉੱਥੇ ਪਹੁੰਚ ਗਏ। ਤੇ ਮਰ ਕੇ ਤੇ ਇੱਥੇ ਜਾਣਾ ਹੀ ਜਾਣਾ। ਇਹੋ ਜ਼ਿੰਦਗੀ ਹੈ ਸੱਚ। ਠੀਕ ਹੈ ਨਾ ਜੀ ਸਾਹਿਬ? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਦੇ ਵਿਚਾਰੇ ਇੱਥੇ ਸਮਾਪਤ। ਹਾਂਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਮਾਲਿਕ। ਦੇਹ ਨਿਰੋਗਤਾ ਬਖਸ਼ਣੀ, ਸੁੱਖ ਸ਼ਾਂਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਮੇਰੇ ਮਾਲਿਕ। ਹਾਜ਼ਰੀ ਕਬੂਲ ਕਰਨੀ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਨਾਮ ਹੈ ਰਣਜੀਤ ਸਿੰਘ ਜੀ। ਆਪ ਉਹਨਾਂ ਤੇ ਮਿਹਰ ਕਰੋ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਮੇਰੇ ਮਾਲਿਕ। ਮਿਹਰ ਕਰੋ ਤਾਂ ਜੋ ਉਹ ਆਪਣੇ ਚਰਨ ਕਮਲਾਂ ਦੇ ਵਿੱਚ ਤੁਹਾਡੇ ਉਹ ਆਪਣਾ ਜੀਵਨ ਬਤੀਤ ਕਰਨ। ਮੇਰੇ ਪਿਤਾ ਮਿਹਰ ਕਰੋ ਉਹਨਾਂ। ਉਹ ਸਰੀਰ ਦਾ ਤਿਆਗ ਕਰ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ